ਤੁਹਾਡੇ ਸਭ ਦਾ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਇਸ ਐਪੀਸੋਡ ਵਿੱਚ, ਜਿੱਥੇ ਮੇਰੇ ਨਾਲ ਅੱਜ ਗੱਲਬਾਤ ਕਰਨ ਲਈ ਭੈਣ ਕਰਮਨ ਹੁਣੀ ਜੁੜੇ ਨੇ। ਕੀਤੇ ਦੇ ਤੌਰ ਤੇ ਭੈਣ ਹੁਣੀ ਸਾਈਕੋਲੋਜਿਸਟ ਨੇ ਤੇ ਇੱਕ ਬਹੁਤ ਬੁਲੰਦ ਆਵਾਜ਼ ਦੇ ਨਾਲ ਨਿਵਾਜ਼ੇ ਹੋਏ ਪਬਲਿਕ ਸਪੀਕਰ, ਡਿਬੇਟਰ ਤੇ ਇੱਕ ਬੜੀ ਰੈਲੇਵੈਂਟ ਤੇ ਬਿਊਟੀਫੁਲ ਪੋਇਟਸ ਵੀ ਨੇ। ਸੋ ਵੈਲਕਮ ਟੂ ਦ ਪੋਡਕਾਸਟ। ਸਤਿ ਸ਼੍ਰੀ ਅਕਾਲ ਭੈਣੇ, ਥੈਂਕ ਯੂ ਸੋ ਮਚ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਸੱਦਾ ਦੇਣ ਲਈ ਤੇ ਇੰਨੀ ਸੋਹਣੀ ਇੰਟਰੋਡਕਸ਼ਨ ਲਈ। ਥੈਂਕ ਯੂ। ਤੇ ਸੋਹਣੇ ਸਾਰੇ ਲੋਕਾਂ ਸੁਣਨ ਲਈ ਵਾਲਿਆਂ ਦਾ ਸੋਹਣੀ ਇੰਟਰੋਡਕਸ਼ਨ। ਮਿਹਰਬਾਨੀ ਬਹੁਤ ਬਹੁਤ। ਸਾਰੇ ਸੁਣਨ ਵਾਲਿਆਂ ਨੂੰ ਵੀ ਮੇਰਾ ਪਿਆਰ ਭਰਾ ਤੇ ਨਿੱਘਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਕਿਵੇਂ ਹੋ? ਮੈਂ ਬਹੁਤ ਵਧੀਆ, ਤੁਸੀਂ ਸੁਣਾਓ ਕਿਵੇਂ ਹੋ? ਮੈਂ ਵੀ ਵਧੀਆ। ਘਰੇ ਕਿਵੇਂ ਨੇ ਸਾਰੇ? ਸਾਰੇ ਵਧੀਆ, ਆਲ ਗੁੱਡ, ਚੜ੍ਹਦੀ ਕਲਾ। ਦੈਟਸ ਨਾਈਸ। ਸਿਹਤ ਕਿਵੇਂ ਆ? ਸਿਹਤ ਦਾ ਤੁਹਾਨੂੰ ਪਤਾ ਹੈ ਕਿਵੇਂ। ਯਾ ਸੋ ਆਪਾਂ ਬਹੁਤ ਟਾਈਮ ਤੋਂ ਰਿਕਾਰਡ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਮੈਨੂੰ ਤੁਹਾਨੂੰ ਥੈਂਕ ਯੂ ਕਹਿਣਾ ਚਾਹੀਦਾ ਵੀ ਤੁਸੀਂ ਬਿਨਾਂ ਫੋਲੋਅਰਸ ਦੇਖੇ, ਬਿਨਾਂ ਟੌਪਿਕ ਦੇਖੇ, ਬਿਨਾਂ ਕੁਝ ਵੀ ਦੇਖੇ ਇੱਕ ਵਾਰੀ ਛਾਂ ਕਰਤੀ ਫॉर ਰਿਕਾਰਡਿੰਗ ਦਿਸ। ਐਂਡ ਅੱਜ ਦੇ ਟਾਈਮ 'ਚ ਜਿੱਥੇ ਸੋਸ਼ਲ ਮੀਡੀਆ ਤੇ ਲੋਕੀ ਇੱਕ ਜ਼ਿਆਦਾ ਬੈਟਰ ਰੀਚ ਲਈ ਜਾਂ ਕਹਿ ਲਓ ਬਹੁਤ ਫੈਂਸੀ ਚੀਜ਼ਾਂ ਕਰਨ ਲਈ ਦੇਖਦੇ ਵੀ ਨਹੀਂਗੇ ਮੈਸੇਜ, ਉੱਥੇ ਤੁਸੀਂ 15 ਮਿੰਟ ਦੇ ਅੰਦਰ ਰਿਪਲਾਈ ਕਰਕੇ ਹਾਂ 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 ਕਰਤੀ। ਐਂਡ ਫਾਈਨਲੀ ਵੀ ਆਰ ਹੇਅਰ। ਥੈਂਕ ਯੂ ਸੋ ਮਚ। ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਯਾ ਸੋ ਕਿੱਥੋਂ ਸ਼ੁਰੂ ਕਰੀਏ? ਜਿੱਥੋਂ ਵਾਟਸ ਤੁਹਾਡਾ ਯੋਰ ਜੀ ਕਰਦਾ। ਰੀਸੈਂਟਲੀ ਕੋਈ ਇਹੋ ਜਿਹਾ ਇੰਸੀਡੈਂਟ ਹੋਇਆ ਹੋਵੇ ਜਿਹੜਾ ਤੁਹਾਨੂੰ ਏਦਾਂ ਲੱਗਿਆ ਹੋਵੇ ਕਿ ਵਾਓ ਕਿੰਨੀ ਸੋਹਣੀ ਜ਼ਿੰਦਗੀ ਆ? ਐਕਚੁਅਲੀ ਮੈਨੂੰ ਲੱਗਦਾ ਵੀ ਇਹ ਕਾਫੀ ਚਿਰ ਤੋਂ ਨਾ ਬੈਕ ਟੂ ਬੈਕ ਹੋ ਹੀ ਜਾ ਰਿਹਾ ਹੈ। ਸੋ ਵਾਓ। ਮੈਂ ਬਹੁਤ ਗ੍ਰੇਟਫੁਲ ਹਾਂ ਫॉर एवरीथिंग, ਸੋ ਮਚ ਸੋ ਕਿ ਹੁਣ ਜਦੋਂ ਮੈਂ ਰਾਹ ਜਾਂਦਾ ਵੀ ਕੋਈ ਵੇਖਦੀ ਆ ਨਾ, ਤੇ ਵੈਸੇ ਤਾਂ ਆਪਾਂ ਸਾਰੇ ਬਾਬੇ ਦੇ ਇੱਕੋ ਹੀ ਬੱਚੇ ਆ, ਯਾ ਪਰ ਜਦੋਂ ਵੀ ਅਸੀਂ ਵੇਖੀਏ ਨਾ ਵੀ ਜਦੋਂ ਮੈਨੂੰ ਹੁਣ ਚੇਤਿਆ ਵੀ ਜੇ ਮੈਂ ਕਾਰ 'ਚ ਜਾ ਰਹੀ ਆ ਹਨਾ, ਤੇ ਮੇਰੇ ਲਾਗਿਓਂ ਕੋਈ ਐਕਟਿਵਾ ਤੇ ਜਾਂ ਬਾਈਕ ਤੇ ਜਾ ਰਿਹਾ ਹੈ, ਕੰਮਾਂ ਤੋਂ ਆ ਰਹੇ ਨੇ, ਪਿੱਛੇ ਬੈਗ ਟੰਗਿਆ ਮੋਢਿਆਂ ਤੇ, ਯਾ ਤਾਂ ਆਪੇ ਹੀ ਮੇਰਾ ਸ਼ੁਕਰਾਨਾ ਨਿਕਲ ਹੀ ਪੈਂਦਾ ਹੈ। ਵਾਹਿਗੁਰੂ ਤੇਰਾ ਬਹੁਤ ਬਹੁਤ ਸ਼ੁਕਰ ਆ ਵੀ ਹਰੇਕ ਨੂੰ ਤੂੰ ਏਦਾਂ ਹੀ ਮਤਲਬ ਮੇਰਾਂ 'ਚ ਰੱਖੀ। ਸਾਰੇ ਆਪੋ ਆਪਣਾ ਸਫ਼ਰ ਕਰ ਰਹੇ ਨੇ ਤੇ ਮਤਲਬ ਇੰਸੀਡੈਂਟ ਜੇ ਤੁਸੀਂ ਪੁੱਛੋ ਤਾਂ ਮੇਰੀ ਤਾਂ ਜਿਹੜੀ ਤਬੀਅਤ ਪਿੱਛੇ ਜੇ ਵਾਹਵਾ ਖਰਾਬ ਰਹੀ ਹੈ, ਤੇ ਮੈਂ ਯਾ ਉਸ ਉਹ ਤਬੀਅਤ ਚੋਂ ਮਤਲਬ ਸਰਵਾਈਵ ਕਰ ਲਿਆ ਹਨਾ। ਤੇ ਬਿਲਕੁਲ ਬਿਲਕੁਲ। ਬਸ ਉਹੀ ਮੈਨੂੰ ਲੱਗਦਾ ਹੈ ਕਿ ਉਹੀ ਬਹੁਤ ਵਧੀਆ ਸੀ ਮੇਰੇ ਲਈ, ਕਿਉਂਕਿ That ਮਹੀਨੇ ਤੋਂ ਤਾਂ ਮੇਰਾ ਨਾਲ ਆਹੀ ਹੋ ਰਿਹਾ ਸੀਗਾ। ਸੋ ਮੈਨੂੰ ਹੁਣ on off ਪਿੱਛੇ on ਕਿੱਥੇ off। ਜਾਵਾਂ ਮੈਂ। ਗॉट ਇਟ ਗॉट। ਮੇਰਾ ਅਗਲਾ ਕੁਐਸਚਨ ਹੋਣਾ ਸੀ ਵੀ ਕੋਈ ਇਹੋ ਜਿਹੀ ਮੂਮੈਂਟ ਜਿਹੜੀ ਤੁਹਾਨੂੰ ਲੱਗਿਆ ਹੋਵੇ ਕਿ ਕਿੰਨੀ ਬੇਕਾਰ ਜੀ ਮੂਮੈਂਟ ਆ ਗਈ ਆ, ਵੀ ਲਾਈਕ ਆਈ ਐਮ ਨਾਟ ਇੰਜੋਇੰਗ ਦਿਸ, ਪਰ ਹੁਣ ਮੈਨੂੰ ਲੱਗਦਾ ਤੁਸੀਂ ਕਹਤਾ ਸਿਹਤ ਠੀਕ ਨਹੀਂ ਸੀ ਤਾਂ ਉਹ ਇੱਕੋ ਹੀ ਨੋ ਮੂਮੈਂਟ ਹੋ ਗਈ। ਐਕਚੁਅਲੀ ਸਿਹਤ ਵਾਲੀ ਨਹੀਂ, ਆਈ ਵਾਜ਼ ਐਕਚੁਅਲੀ ਇੰਜੋਇੰਗ ਦ ਸਿਹਤ ਪਾਰਟ, ਕਿਉਂਕਿ ਮੈਂ ਓਕੇ। ਰੋਜ਼ ਆਪਦੇ ਨਾਲ ਸਟਰਗਲ ਕਰ ਰਹੀ ਸੀਗੀ। ਸਟਰਗਲ ਵੀ ਕਾਹਦਾ ਮਤਲਬ, ਰੋਜ਼ ਆਪਣੇ ਆਪ ਨੂੰ ਇੱਕ ਕੰਡੀਸ਼ਨਿੰਗ ਕਰਨੀ ਆ, ਆਪਣੇ ਆਪ ਨੂੰ ਰੋਜ਼ ਕਹਿਣਾ ਵੀ ਨਹੀਂ ਆਪਾਂ ਉੱਠਣਾ ਹੈ, ਜੋ ਮਰਜ਼ੀ ਹੋਵੇ ਆਪਾਂ ਉੱਠਣਾ ਹੈ ਹਨਾ, ਵੀ ਯਾ ਡਰਦਾ ਆ ਜੋ ਵੀ ਆ। ਮੈਨੂੰ ਚੇਤੇ ਆ ਵੀ ਅੱਜ ਵੀ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਹਮ। ਆਪਾਂ ਕਰਾਂਗੇ, ਅੱਜ ਹੀ ਕਰਾਂਗੇ, ਕੋਈ ਚੱਕਰ ਬਿਲਕੁਲ ਨਹੀਂ। ਬਿਲਕੁਲ। ਸੋ ਮੈਂ ਇੰਜੋਏ ਕਰ ਰਹੀ ਹਾਂ। ਜੇ ਤੁਸੀਂ ਮੈਨੂੰ ਪੁੱਛੋ ਦ ਮੋਮੈਂਟ ਦੈਟ ਆਈ ਐਮ ਨਾਟ ਇੰਜੋਇੰਗ ਔਰ ਆਈ ਡਿਡ ਨਾਟ ਇੰਜੋਏ, ਤਾਂ ਥੋੜਾ ਮਤਲਬ ਜੋ ਵੀ ਇੱਕ ਤਰੀਕੇ ਦੀ ਲਹਿਰ ਜਾਂ ਹਵਾ, ਆਮ ਸ਼ੋਰ ਆਪਾਂ ਸਾਰੇ ਰਿਲੇਟ ਕਰ ਪਾਵਾਂਗੇ ਇਸ ਚੀਜ਼ ਨਾਲ, ਜੋ ਵਗ ਰਹੀ ਹੈ, ਜਿਸ 'ਚ ਦਿਲ ਨਹੀਂ ਗੇ ਮਿਲ ਰਹੇ ਲੋਕਾਂ ਨਾਲ, ਉਹ ਮੈਂ ਥੋੜਾ ਮਿਸ ਕਰਦੀ ਹੁੰਦੀ ਆ। ਯਾ ਵੀ ਅਸੀਂ ਬਹਿਨੇ ਆ ਆਪਾਂ ਸਾਰੇ ਇਕੱਠੇ ਆ, ਆਪਾਂ ਗੱਲਾਂ ਬਾਤਾਂ ਵੀ ਕਰ ਰਹੇ ਆ, ਬਟ ਉਹ ਬਿਲਕੁਲ। ਬਹੁਤ ਉੱਪਰਲਾ ਲੈਵਲ ਲੱਗਦਾ ਮੈਨੂੰ ਵੀ ਆਪਾਂ ਡੈਪਥ ਵਿੱਚ ਨਹੀਂ ਗੱਲ ਪਾ ਰਹੇ, ਉਹ ਨਹੀਂ ਬਣ ਨਹੀਂ ਰਹੀ। ਰਾਈਟ ਤਾਂ ਰਾਈਟ। ਆਈ ਵੁੱਡ ਨਾਟ ਸੇ ਕਿ ਉਹ ਟੈਰੀਬਲ ਮੂਮੈਂਟ ਹੈ, ਬਟ ਆਈ ਮਿਸ ਚੰਗੇ ਸਮੇਂ। ਆਈ ਮਿਸ ਓਨੈਸਟ ਕਨਵਰਸੇਸ਼ਨਸ। honest ਯਾ conversations I miss। ਜਾਂ conversations ਵੀ ਨਹੀਂ, ਬਸ ਇੱਕ ਜੇ ਮੈਂ ਸ਼ਾਂਤੀ 'ਚ ਵੀ ਬੈਠੀ ਆ ਕਿਸੇ ਨਾਲ, ਤਾਂ that also I miss। I hope I'm making sense। No, definitely. I remember reading one of your stories ਜਿੱਥੇ ਤੁਸੀਂ ਲਿਖਿਆ ਸੀ ਕਿ ਤੁਹਾਡੇ ਮੰਮਾ ਨੇ ਕਿਹਾ ਵੀ ਪੈਸਿਆਂ ਪਿੱਛੇ ਨਹੀਂ ਭੱਜਣਾ, ਰਿਸ਼ਤਿਆਂ ਪਿੱਛੇ ਭੱਜਣਾ। ਐਂਡ ਹਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਅੱਜ ਕੱਲ ਉਹ ਰਿਸ਼ਤੇ ਉਸ ਤਰੀਕੇ ਨਾਲ ਆਪਾਂ ਬਣਾ ਹੀ ਨਹੀਂ ਪਾ ਰਹੇ ਹਾਂ, ਬਿਕਾਜ਼ ਐਵਰੀਬਡੀ ਇਜ਼ ਸੁਪਰਫਿਸ਼ੀਅਲ ਟੂ ਸਮ ਲੈਵਲ ਐਂਡ ਵੀ ਆਰ that's ਆਲਵੇਜ਼ true। ਇਨ ਅ ਕੁਆਂਡਰੇ ਕਿ ਕਿਹਦੇ ਨਾਲ ਕਿਹੜੀ ਗੱਲ ਕਰੀਏ, ਵਿਲ ਇਟ ਮੇਕ ਸੈਂਸ ਔਰ ਨਾਟ। ਸੋ ਯਾ ਇਟ ਟੋਟਲੀ ਇਜ਼ ਰਿਲੇਟੇਬਲ। ਹਾਂਜੀ ਤੁਹਾਡੀ ਅੱਜ ਤੱਕ ਦੀ ਜਿਹੜੀ ਮੈਨੂੰ ਬਹੁਤ ਜ਼ਿਆਦਾ ਰਿਲੇਟੇਬਲ ਲਿਖਤ ਲੱਗੀ ਆ ਉਹ ਹੈ ਕਿ ਨੀ ਕੁੜੀਓ ਤੁਸੀਂ ਬੋਲਿਆ ਕਰੋ। ਹਾਂਜੀ ਹਾਂਜੀ। ਇਟ ਇਜ਼ ਅਮੇਜ਼ਿੰਗ। ਮਤਲਬ ਉਹਨੂੰ ਸੁਣਦੇ ਇੱਕ ਅਲੱਗ એનર્ਜੀ ਤੇ ਜੋਸ਼ ਆ ਜਾਂਦਾ ਹੈ ਤੇ ਇਦਾਂ ਲੱਗਦਾ ਵੀ ਸਾਰਾ ਕੰਮ ਕਰ ਲੈਣਾ ਆ ਮੈਂ। ਮੈਨੂੰ ਥੈਂਕ ਪਰਸਨਲੀ ਯੂ ਇਦਾਂ ਲੱਗਦਾ ਆ। ਥੈਂਕ ਯੂ ਐਂਡ ਸੋ ਮਚ। ਯੂਜੂਅਲੀ ਅੱਜ ਕੱਲ ਆਪਾਂ ਬਹੁਤ ਓਪੀਨੀਏਟਡ ਨਹੀਂ ਹੋ ਸਕਦੇ, ਕਿਉਂਕਿ ਜੇ ਆਪਾਂ ਬਹੁਤੇ ਜ਼ਿਆਦਾ ਓਪੀਨੀਏਟਡ ਹੋ ਜਾਈਏ ਤਾਂ ਵੀ ਆਰ ਕਾਈਂਡ ਆਫ ਲਾਈਕ zoned out by certain set of people. And this poem is a proper satire on that, ਜਿੱਥੇ ਸਾਨੂੰ ਬੋਲਣਾ ਚਾਹੀਦਾ ਹੈ, ਸਾਨੂੰ ਆਪਣਾ ਓਪੀਨੀਅਨ ਰੱਖਣਾ ਚਾਹੀਦਾ। ਜੀ, ਕਿੱਥੋਂ ਇੰਸਪੀਰੇਸ਼ਨ ਮਿਲੀ? ਲਾਈਕ ਹਾਊ ਡਿਡ ਇਟ ਕਮ ਟੂ ਯੂ? ਕਿਉਂਕਿ ਇੱਕ ਸਮਾਂ ਸੀ ਜਦੋਂ ਮੈਂ ਵੀ ਨਹੀਂ ਸੀ ਬੋਲ ਪਾ ਰਹੀ ਇਸੀ ਥਾਟ ਕਰਕੇ ਵਾਓ। ਕਿ ਯਾ ਓਪੀਨੀਅਨਸ ਨਹੀਂ ਗੇ ਦੇਣੇ।
ਜਾਂ ਓਪੀਨੀਅਨ ਦੇਣ ਨਾਲ ਤੁਹਾਨੂੰ ਬਹੁਤ ਬੈਕਲੈਸ਼ ਮਿਲੂਗਾ, ਕਿਉਂਕਿ ਤੁਸੀਂ ਜਦੋਂ ਆਪਣਾ ਓਪੀਨੀਅਨ ਪਬਲਿਕਲੀ ਪਾਉਂਦੇ ਹੋ, ਸਪੈਸ਼ਲੀ ਵੈਨ ਯੂ ਆਰ ਅ ਵੂਮਨ, ਐਬਸੋਲੂਟਲੀ। ਤਾਂ ਉਹ ਬੈਕਲੈਸ਼ ਬਹੁਤ ਮਿਲਦਾ ਹੈ। ਤੇ ਮੈਂ ਡਰ ਰਹੀ ਸੀ ਉਸ ਚੀਜ਼ ਤੋਂ, ਟੂ ਫਾਰਮ ਐਨ ਓਪੀਨੀਅਨ। ਲਾਈਕ ਆਈ ਹੈਡ ਐਨ ਓਪੀਨੀਅਨ, ਮੇਰਾ ਓਪੀਨੀਅਨ ਫਾਰਮਡ ਸੀਗਾ, ਬਟ ਉਹਨੂੰ ਪਬਲਿਕਲੀ ਪ੍ਰੈਜ਼ੈਂਟ ਕਰਨ ਤੇ ਮੈਨੂੰ ਡਰ ਲੱਗ ਰਿਹਾ ਸੀ ਆਪ ਹੀ। ਤੇ ਰਾਈਟ। ਉਦੋਂ ਮੈਨੂੰ ਮੇਰਾ ਇੱਕ ਸੁਭਾਅ ਹੈ ਕਿ ਜਿਹੜੀ ਚੀਜ਼ ਤੋਂ ਮੈਨੂੰ ਡਰ ਲੱਗਦਾ ਨਾ, ਮੇਰੇ ਲਈ ਉਹ ਅਰਜੈਂਟ ਹੋ ਜਾਂਦਾ ਹੈ ਉਸ ਚੀਜ਼ ਨੂੰ ਬਸਟ ਕਰਨਾ, ਉਸ ਚੀਜ਼ ਨੂੰ ਖਤਮ ਕਰਨਾ, ਉਸ ਡਰ ਨੂੰ। ਸੋ ਉਹ ਮੇਰੇ ਲਈ ਡਾਇਰ ਨੀਡ ਹੋ ਜਾਂਦੀ ਵੀ ਮੈਂ ਇਸ ਚੀਜ਼ ਨੂੰ ਮਾਰਨਾ ਹੈ, ਜਿਹੜੀ ਚੀਜ਼ ਤੋਂ ਮੈਨੂੰ ਡਰ ਲੱਗ ਰਿਹਾ, ਕਿਉਂਕਿ ਗਰੋਥ ਦਾ ਐਸਪੈਕਟ ਮੁੱਕ ਜੂਗਾ ਨਾ ਫਿਰ। ਸੋ ਐਬਸੋਲੂਟਲੀ। ਆਹ ਚੀਜ਼ ਮੈਂ ਨਹੀਂ ਸੀ ਕਰ ਪਾ ਰਹੀ, ਐਂਡ ਫਿਰ ਕਿਤੇ ਨਾ ਕਿਤੇ ਮੇਰੀ ਅੰਦਰਲੀ ਆਵਾਜ਼ ਮੈਨੂੰ ਸਮਝਾ ਰਹੀ ਸੀਗੀ ਇਹ ਜੋ ਮੈਂ ਕਾਗਜ਼ ਤੇ ਉਤਾਰਿਆ। ਤੇ ਫਿਰ ਬਾਅਦ ਚ ਮੈਨੂੰ ਲੱਗਿਆ ਕਿ ਸ਼ਾਇਦ ਹੋਰ ਵੀ ਬਹੁਤ ਲੋਕੀ ਹੋਣਗੇ, ਬਹੁਤ ਕੁੜੀਆਂ ਹੋਣਗੀਆਂ ਸਪੈਸ਼ਲੀ, ਜੋ ਡੈਫੀਨੇਟਲੀ। ਬੋਲਣਾ ਬਹੁਤਿਆਂ ਚੋਂ ਚਾਹੁੰਦੀਆਂ ਨੇ। ਇੱਕ ਮੈਂ ਹਾਂਜੀ। ਜ਼ਰੂਰ ਆ, ਇਹ ਮੈਂ ਤੁਹਾਨੂੰ ਦੱਸ ਸਕਦੀ ਹਾਂ। ਹਾਂ, ਸੋ ਬਸ ਇਹੀ ਮੇਰਾ ਮਕਸਦ ਸੀਗਾ, ਹੋਰ ਕੋਈ ਖਾਸਾ ਨਹੀਂ ਹੈ। ਬਸ ਮੇਰੇ ਅੰਦਰਲੀ ਆਵਾਜ਼ ਮੈਨੂੰ ਸਮਝਾ ਰਹੀ ਸੀ, ਤੇ ਫਿਰ ਮੈਂ ਜ਼ਰੀਆ ਪਰਮਾਤਮਾ ਵੱਲੋਂ ਬਣੀ ਤੁਹਾਡੇ ਸਾਰਿਆਂ ਤੱਕ ਇਹ ਲੈ ਕੇ ਆਉਣ ਦਾ ਰਾਈਟ। ਸੁਨੇਹਾ। ਬਸ ਹਾਂਜੀ। ਲਿਖਣਾ ਕਦੋਂ ਸ਼ੁਰੂ ਕੀਤਾ? When did you actually started writing and you realized that this is something you can give to the people and to the world out there? ਓਕੇ, ਲਿਖਣਾ ਮੈਂ ਸ਼ੁਰੂ ਕਰਿਆ ਸੀਗਾ when I was 14। Oh ਆਈ wow. ਰਿਮੈਂਬਰ, ਹਾਂ ਮੈਂ 14 ਸਾਲ ਦੀ ਸੀ। ਪਰ ਮੈਂ ਇਹਨੂੰ ਪਬਲਿਕਲੀ ਪੋਸਟ ਕਾਫੀ ਲੰਬੇ ਅਰਸੇ ਤੱਕ ਨਹੀਂ ਸੀ ਕੀਤਾ, ਕਿਉਂਕਿ ਮੈਨੂੰ ਕਦੇ ਲੱਗਿਆ ਵੀ ਨਹੀਂ ਸੀਗਾ ਮੈਂ ਕਰੂੰਗੀ। ਮੈਂ ਸੱਚ ਦੱਸਾਂ, ਮੈਂ ਕਦੇ ਨਹੀਂ ਸੀ ਸੋਚਿਆ ਮੈਂ ਇਹਨੂੰ ਕਿਸੇ ਪਬਲਿਕ ਪਲੇਟਫਾਰਮ ਤੇ ਕਦੇ ਵੀ ਪਾਉਂਗੀ। ਪਰ ਉਹੀ ਨਾ, ਜੋ ਤੁਹਾਡੇ ਲਈ ਲਿਖਿਆ ਉਹ ਹੋਣਾ ਹੀ ਹੈ। ਤੇ ਮੈਂ ਆਪਣਾ ਇਹ ਵੀ ਕੌਨਸ਼ੀਅਸ ਡਿਸੀਜਨ ਨਹੀਂ ਸੀ ਮੇਰਾ ਵੀ ਮੈਂ ਪਾਉਣਾ ਕਿਤੇ ਇੰਸਟਾਗ੍ਰਾਮ ਵਗੈਰਾ ਵਰਗੀ ਚੀਜ਼ ਤੇ। Yeah. ਇਹ ਤੇ ਬਸ ਮੈਂ ਬੈਠੀ ਸੀਗੀ ਫਾਲਤੂ। ਮੈਨੂੰ ਯਾਦ ਹੈ 2018 ਦੀ ਗਰਮੀਆਂ ਸੀਗੀਆਂ, ਤੇ ਮੇਰੇ ਕੋਲ ਕੁਛ ਕਰਨ ਨੂੰ ਸੀਗਾ ਨਹੀਂ, ਰਾਤ ਦੇ 11 11:30 ਵੱਜ ਰਹੇ ਸੀਗੇ। ਤੇ ਫਿਰ Okay. ਮੈਂ ਕਿਹਾ ਕੀ ਕਰੀਏ, ਚਲੋ ਐਂ ਕਰ ਲੈਂਦੇ ਹਨਾ, ਵੀ ਵਿਹਲੇ ਬੈਠੇ ਆ ਕੀ ਕਰੀਏ। ਸੋ ਇਟ ਵਾਜ਼ ਨਾਟ ਅ ਕੌਨਸ਼ੀਅਸ ਡਿਸੀਜਨ ਕਿ ਮੈਂ ਇਸ ਤਰੀਕ ਨੂੰ, ਇਸ ਦਿਨ ਨੂੰ, ਇੰਨੇ ਕੁ ਵਜੇ ਏਦਾਂ ਕਰੂੰਗੀ। ਇਹ ਬਸ ਆਪੇ ਮਾਲਕ ਨੇ ਹੱਥ ਫੜਿਆ ਤੇ ਮੇਰੇ ਤੋਂ ਉਹਨਾਂ ਨੇ ਪੇਜ ਬਣਵਾਇਆ। ਤੇ ਉਦੋਂ ਮੇਰਾ ਪੇਜ ਹੋਰ ਹੁੰਦਾ ਸੀਗਾ, ਆ ਨਹੀਂ ਸੀਗਾ। ਮੇਰੇ ਕੋਲ ਉਹਦਾ ਨਾਂ ਨਾ ਪੁੱਛਿਓ ਹੁਣ। Okay. ਤੇ ਉਹ ਡਿਫਰੈਂਟ ਸੀਗਾ। ਫਿਰ ਮੈਂ ਆਪਣਾ ਇਸ ਆਈਡੀ ਤੋਂ ਕਰਨਾ ਸ਼ੁਰੂ ਕਰਤਾ ਪੋਸਟ ਪਬਲਿਕ। ਲਿਖ ਤਾਂ ਮੈਂ 14 ਸਾਲ ਤੋਂ ਰਹੀ ਹਾਂ, Oh 14 wow. 15। ਹਾਂਜੀ Oh my God, that's a long ਜੀ, time back. ਹਾਂ And pretty long। to have that kind of mental understanding or maturity to write ਹਮ is ਹਮ amazing, I think. ਤੇ ਤੁਸੀਂ ਹਾਂ। ਕਿਸੇ ਤੋਂ ਮਤਲਬ ਪ੍ਰਭਾਵਿਤ ਹੋ ਜਦ ਤੁਸੀਂ ਲਿਖਦੇ ਹੋ? I like many people ਜਿਹੜੇ ਲਿਖਦੇ ਨੇ, ਪਰ ਇੰਸਪਾਇਰਡ ਤੇ I believe ਕਿ ਮੈਨੂੰ ਹਾਲਾਤ ਕਰ ਰਹੇ ਨੇ। ਪਰ Okay. ਮੈਨੂੰ ਲੋਕਾਂ ਦਾ ਲਿਖਿਆ ਬਹੁਤ ਪਸੰਦ ਹੈ। ਜਿਵੇਂ ਸ਼ਿਵ, ਮੇਰਾ ਪਹਿਲਾ ਰਾਬਤਾ ਹੀ ਸ਼ਿਵ ਨਾਲ ਹੋਇਆ ਸੀਗਾ ਜਦੋਂ ਮੈਂ 14 ਸਾਲ ਦੀ ਸੀ। Wow. ਤੇ ਪੋਇਟਰੀ ਵਾਸਤੇ ਮੇਰੀ ਜੋ ਪੋਇਟਰੀ ਨਾਲ ਵੀ ਫਰਸਟ ਰਾਬਤਾ ਸੀਗਾ, ਪਹਿਲੀ ਮੁਲਾਕਾਤ ਮੇਰੀ ਸ਼ਿਵ ਦੀ ਕਿਤਾਬ ਤੋਂ ਹੀ ਹੋਈ। ਤੇ Okay. ਉਦੋਂ ਬਾਅਦ ਫਿਰ ਮੈਂ ਆਪ, ਮਤਲਬ ਮੈਂ ਕਿਸੇ ਨੂੰ ਪੜ੍ਹ ਕੇ ਕਦੇ ਲਿਖਿਆ ਨਹੀਂ। ਅਵਲ ਦੀ ਮੈਂ ਤੁਹਾਨੂੰ ਸੱਚ ਜਾਣਿਓ, ਬੜੇ ਲੋਕੀ ਇਸ ਚੀਜ਼ ਨਾਲ ਯਕੀਨ ਵੀ ਨਹੀਂ ਕਰਨਗੇ ਕਿ ਟਿਲ 2021 I was not aware of writers as well, ਪੰਜਾਬੀ ਰਾਈਟਰਸ, ਹਨਾ। 14 Yeah. ਸਾਲ ਤੋਂ ਆਮ ਰਾਈਟਿੰਗ, ਬਟ ਇੰਨੇ ਲੰਬੇ ਟਾਈਮ ਤੱਕ ਮੈਨੂੰ ਕਿਸੇ ਪੰਜਾਬੀ ਰਾਈਟਰ ਦਾ ਨਹੀਂ ਸੀ ਇਲਮ ਨਾ ਗਿਆਨ। ਸੋ ਉਹਨਾਂ ਸਾਲਾਂ 'ਚ ਤੇ ਮੈਂ ਆਪ ਹੀ ਜੋ ਮੇਰੇ ਜੋ ਇਰਦ ਗਿਰਦ ਹੋ ਰਿਹਾ ਸੀ ਜਾਂ ਜੋ ਮੇਰੇ ਅੰਦਰ ਹੋ ਰਿਹਾ ਸੀ, ਮੈਂ ਉਹੀ ਲਿਖ ਰਹੀ ਸੀ। ਬਟ ਮੈਨੂੰ ਪਸੰਦ ਬਹੁਤ ਨੇ, ਤੇ ਇੰਸਪੀਰੇਸ਼ਨ ਤੇ ਬਸ ਫਿਰ ਮਿਲ ਹੀ ਜਾਂਦੀ ਹੈ। ਇੰਸਪੀਰੇਸ਼ਨ ਇਜ਼ ਅਬਾਊਟ ਅੱਖ ਹੋਣੀ ਚਾਹੀਦੀ ਇੰਸਪੀਰੇਸ਼ਨ ਲਈ। ਆਏ ਨਹੀਂਗਾ ਵੀ ਤੁਹਾਨੂੰ ਕੋਈ ਖਾਸ ਚੀਜ਼ ਇੰਸਪਾਇਰ ਕਰਦੀ ਹੈ। ਜਿਹੜੇ ਬੰਦੇ ਦੀ ਅੱਖ ਹੈ ਉਹਨੇ ਇੰਸਪੀਰੇਸ਼ਨ ਕਿਤੋਂ ਵੀ ਲੈ ਲੈਣੀ ਹੈ। So you are a people watcher. Oh yes, I am। That's great. That I am, ਹਾਂਜੀ। Recently ਕੀ observe ਕੀਤਾ ਤੁਸੀਂ? ਹੁਣੇ ਗੱਲ ਕਰਨ ਤੋਂ ਪਹਿਲਾਂ what's one observation that you have made ਜਿਹੜੀ ਤੁਹਾਨੂੰ ਹਾਸਾ ਆ ਗਿਆ ਹੋਵੇ, ਦੇਖ ਕੇ ਕਿ ਓਹ ਅੱਛਾ ਏਦਾਂ ਹੋ ਗਿਆ? ਹਾਸਾ ਨਹੀਂ, ਬਹੁਤ ਕਿਊਟ ਜਿਹਾ ਇੰਸੀਡੈਂਟ ਹੋਇਆ ਸੀਗਾ। ਸੋ ਆਪਾਂ ਆਪਣੀ ਇਸ ਪੋਡਕਾਸਟ ਤੋਂ ਪਹਿਲਾਂ ਮੈਂ ਥੋੜੀ ਬਾਹਰ ਸੀਗੀ, ਤੇ ਆਈ ਵਾਸ ਡਰਾਈਵਿੰਗ, ਤੇ ਮੈਂ ਉਦੋਂ ਵੇਖਿਆ ਕਿ ਇੱਕ ਨਾ ਆਂਟੀ ਸੀਗੇ, ਬੁੱਢੇ ਸੀਗੇ, ਥੋੜੇ ਬਜ਼ੁਰਗ ਸੀਗੇ, ਤੇ ਨਾਲ ਉਹਨਾਂ ਦੇ ਹਸਬੈਂਡ ਹੋਣਗੇ ਸ਼ਾਇਦ। ਤੇ ਪਤਾ ਨਹੀਂ ਉਹ ਅੰਕਲ ਤੋਂ ਪੈਸੇ ਮੰਗ ਰਹੇ ਸੀ, ਤੇ ਅੰਕਲ ਦਾ ਧਿਆਨ ਕਿਤੇ ਹੋਰ ਸੀ, ਅੰਕਲ ਕਿਤੇ ਹੋਰ ਦੇਖਦੇ ਸੀ। ਤੇ Okay. ਆਂਟੀ ਨੇ ਫਿਰ ਉਹਨਾਂ ਨੂੰ ਨਾ ਏਦਾਂ ਮੋਢੇ ਤੇ ਪੈਟ ਕਰਿਆ, ਵੀ ਪਿਆਰ ਨਾਲ, ਥੱਪੜ ਨੀ ਮਾਰਦੇ ਛੋਟਾ ਜਿਹਾ ਹਲਕਾ ਜਿਹਾ। Got it. ਉਹ ਵੇਖ ਕੇ ਮੈਨੂੰ ਐ ਹੋ ਗਿਆ ਵੀ ਦੱਸੋ, ਸੋ ਕਿਊਟ। Got it. Very ਹਾਂਜੀ nice. ਤੇ ਆਪਣੇ ਮੈਨੂੰ ਲੱਗਦਾ ਕਿ ਜਿਹੜੇ ਲੋਕ ਨੇ ਉਹ ਹੈ ਵੀ ਬੜੇ ਭੋਲੇ ਭਾਲੇ ਜੇ, ਹਾਂਜੀ। ਤੇ ਜਿਹੜੀ ਉਹ ਕੈਟੇਗਰੀ, ਸੈਟ ਆਫ ਕੈਟੇਗਰੀ ਆ ਬਜ਼ੁਰਗਾਂ ਦੀਆਂ, ਆਪਣੇ ਘਰਦਿਆਂ ਦੀ, ਉਹ ਸੋਸ਼ਲ ਮੀਡੀਆ ਤੋਂ ਦੂਰ ਵਾਲੀ ਕੈਟੇਗਰੀ ਆ। ਆਪਾਂ ਵਿੱਚ ਵਿਚਾਲੇ ਵਾਲੀਆਂ ਤੇ ਫਿਰ ਅਗਲੇ ਆ ਰਹੇ ਨੇ, ਉਹ ਤਾਂ ਫਿਰ ਬੋਰਨ ਐਂਡ ਬ੍ਰੌਟ ਅਪ ਔਨ ਸੋਸ਼ਲ ਮੀਡੀਆ। ਮੈਨੂੰ ਲੱਗਦਾ ਵਾਟਸ ਯੂਰ ਥਾਟ ਔਨ ਦੈਟ? ਯੈਸ, ਦੈਟਸ ਟਰੂ, ਐਂਡ ਇਟ ਇਜ਼ ਸੈਡ ਆਲਸੋ, ਬਿਕਾਜ਼ ਬਹੁਤ ਜ਼ਿਆਦਾ ਕੰਜ਼ਿਊਮ ਕਰ ਰਹੇ ਨੇ।
ਇਹ ਵੀ ਸੋਸ਼ਲ ਮੀਡੀਆ ਬਹੁਤ ਕੰਜ਼ਿਊਮ ਕਰ ਰਹੇ ਨੇ ਤੇ ਸੋਸ਼ਲ ਮੀਡੀਆ ਵੀ ਇਹਨਾਂ ਨੂੰ ਬਹੁਤ ਕੰਜ਼ਿਊਮ ਕਰ ਰਿਹਾ ਐਕਚੁਅਲੀ ਰਾਈਟ। ਤੇ ਉਹ ਸਬਕੌਂਸ਼ੀਅਸਲੀ ਬਹੁਤ ਇਫੈਕਟ ਕਰ ਰਿਹਾ ਇਹਨਾਂ ਤੇ which they are really very unaware of ਹੂੰ ਤੇ which is sad। ਹੁਣ ਜਦੋਂ ਅਸੀਂ ਜਾਈਦਾ ਬਾਹਰ ਅਸੀਂ ਵੇਖੀਦਾ that everyone ਉਹ ਨਾ ਕਹਿੰਦੇ ਨਹੀਂ ਵੀ ਉਹਨਾਂ ਨੂੰ ਹੁਣ ਡਿਊ ਟੂ ਸੋਸ਼ਲ ਮੀਡੀਆ ਜਾਂ for whatever reasons ਉਹ ਹੈਪੀਨੈਸ ਦੀ ਇੰਨੀ ਆਦਤ ਪੈ ਗਈ ਹੈ ਜਾਂ ਹੈਪੀਨੈਸ ਦੀ ਨਹੀਂ ਐਂਡੋਰਫਿਨਸ ਦੀ ਜਾਂ ਡੋਪਾਮਾਈਨ ਦੀ ਇੰਨੀ ਆਦਤ ਹੈ ਕਿ ਰਾਈਟ। ਕੋਈ ਸ਼ਾਂਤੀ ਜਾਂ ਸ਼ਾਂਤ ਸੁਭਾਅ ਵਾਲਾ ਮੌਕਾ ਵੀ ਆਉਂਦਾ ਨਾ ਜਿਸ 'ਚ ਸਿਰਫ ਸਟਿਲ ਜਾਂ ਕੁਆਇਟ ਹੋਣ ਦੀ ਲੋੜ ਹੈ ਹੂੰ ਉਹ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਕਿ ਸ਼ਾਂਤ ਰਹਿਣਾ ਕੀ ਹੈ ਜਾਂ ਸਟਿਲਨੈਸ ਕੀ ਹੈ ਇਕਾਂਤ ਕੀ ਹੈ they don't know that ਸੋ ਉਹ ਹਮੇਸ਼ਾ ਇੱਕ ਰਸ਼ ਵਿੱਚ ਨੇ ਵੀ ਆ ਨਹੀਂ ਤੇ ਉਹ ਨਹੀਂ ਉਹ ਨਹੀਂ ਤੇ ਉਹ ਨਹੀਂ ਹਨਾ ਸੋ ਉਹ ਅੱਗੇ ਜਾ ਕੇ ਆਫ ਕੋਰਸ ਕਿਉਂਕਿ ਇਹ ਲੰਬਾ ਚਿਰ ਨਹੀਂ ਚੱਲਦੀ ਇਹ ਚੀਜ਼ ਬਿਲਕੁਲ। ਇੱਕ ਟਾਈਮ ਤੇ ਆ ਕੇ ਜ਼ਿੰਦਗੀ ਤੁਹਾਡੇ ਤੋਂ ਡਿਮਾਂਡ ਕਰਦੀ ਹੈ ਕਿ ਤੁਸੀਂ ਸਟਿਲ ਹੋਵੋ ਆਪਾਂ ਵੀ ਹੁਣੇ ਹੀ ਰਿਅਲਾਈਜ਼ ਕੀਤਾ ਹੈ ਲੇਟਲੀ ਬਿਲਕੁਲ ਸੋ ਐਕਚੁਅਲੀ ਹੁਣੇ ਰਿਅਲਾਈਜ਼ ਕੀਤਾ ਹੈ ਕੁਝ ਟਾਈਮ ਪਹਿਲਾਂ ਹੀ। ਹਾਂ ਸੋ ਇੱਕ ਜ਼ਿੰਦਗੀ ਦੀ ਡਿਮਾਂਡ ਰਹਿੰਦੀ ਹੈ ਵੀ ਤੁਸੀਂ ਸ਼ਾਂਤ ਪਹਿਲਾਂ ਆਪਣੇ ਅੰਦਰ ਸ਼ਾਂਤੀ ਲਿਆਓ ਤਾਂ ਹੀ ਤੁਸੀਂ ਆਲੇ ਦੁਆਲੇ ਵੀ ਸ਼ਾਂਤੀ ਬਣਾ ਕੇ ਰੱਖ ਸਕਦੇ ਹੋ ਸੋ ਆਈ ਹੋਪ ਕਿ ਦਿਸ ਜਨਰੇਸ਼ਨ ਲਰਨਸ ਇਟ ਸੂਨਰ ਦੈਨ ਵੀ ਲਰਨਡ ਇਟ ਕਿਉਂਕਿ ਇਫ ਦੇ ਡੂ ਤਾਂ ਫਿਰ ਜਿਹੜੇ ਕੰਮ ਅਸੀਂ ਥੋੜੇ ਲੇਟ ਕਰ ਰਹੇ ਹਾਂ ਉਹ ਪਹਿਲਾਂ ਕਰ ਲੈਣਗੇ ਉਹਨਾਂ ਦਾ ਹੀ ਫਾਇਦਾ ਵੈਸੇ ਯਾ ਰਾਈਟ। ਹਮ ਰੀਸੈਂਟਲੀ ਨਾ ਮੈਂ ਇੰਸਟਾਗ੍ਰਾਮ ਸਕਰੋਲ ਹੀ ਕਰ ਰਹੀ ਸੀ ਤੇ ਮੈਂ ਹਾਂਜੀ ਦੇਖਿਆ ਕਿ ਅੱਜ ਕੱਲ ਮਿਮਿਕਰੀ ਬਹੁਤ ਹੋ ਰਹੀ ਆ ਹਰ ਚੀਜ਼ ਤੇ ਹਰ ਸਿਚੁਏਸ਼ਨ ਤੇ ਕੋਈ ਨਾ ਕੋਈ ਇਨੈਕਟ ਕਰਕੇ ਜਿੰਨੇ ਵੀ ਇਨਫਲੂਐਂਸਰਸ ਨੇ ਹਨਾ ਉਹ ਬਣਾ ਰਹੇ ਨੇ। ਇੱਕ ਤਾਂ ਅਸੀਂ ਐਕਚੁਅਲ ਸਿਚੁਏਸ਼ਨ ਦੇਖ ਰਹੇ ਹਾਂ ਫਿਰ ਅਸੀਂ ਇੰਸਟਾਗ੍ਰਾਮ ਤੇ ਆ ਕੇ ਉਹੀ ਇਨਫਲੂਐਂਸਰਸ ਜਾਂ ਉਹੀ ਲੋਕਾਂ ਨੂੰ ਨੋ ਡਾਊਟ ਦੇ ਆਰ ਡੂਇੰਗ ਗ੍ਰੇਟ ਇਟਸ ਆਲਸੋ ਐਨ ਆਰਟ ਟੂ ਮਿਮਿਕ ਸਮਬਡੀ ਨੋਬਡੀ ਸਾਰੇ ਨਹੀਂ ਕਰ ਸਕਦੇ ਮੈਂ ਨਹੀਂ ਕਰ ਸਕਦੀ ਫॉर दैट मैटर। ਫਿਰ ਅਸੀਂ ਦੇਖ ਰਹੇ ਹਾਂ ਉਹੀ ਸਿਚੁਏਸ਼ਨ ਨੂੰ ਕੋਈ ਮਿਮਿਕਰੀ ਦੇ ਵਿੱਚ ਸੇਮ ਚੀਜ਼ ਨੂੰ ਪ੍ਰੈਜ਼ੈਂਟ ਕਰ ਰਿਹਾ ਫਿਰ ਅਸੀਂ ਇੰਸਟਾਗ੍ਰਾਮ ਤੇ ਦੇਖਦੇ ਹਾਂ। ਫਿਰ ਰੀਸੈਂਟਲੀ ਮੈਂ ਦੇਖਿਆ ਕਿ ਹੁਣ ਉਹ BTS ਸ਼ੂਟ ਕਰ ਰਿਹਾ ਕਿ ਮਿਮਿਕਰੀ ਕਰਦਾ ਹੋਇਆ ਬੰਦਾ ਕਿਸੇ ਦੀ ਤੇ ਉਹਦੀ ਅੱਗੇ ਮਿਮਿਕਰੀ ਹੋ ਰਹੀ ਹੈ ਕਿ ਉਹ ਕੀ ਐਕਟ ਕਰ ਰਿਹਾ ਹੋਏਗਾ। ਸੋ ਇਟਸ ਮਾਈ ਮਾਈਂਡ ਵਾਜ਼ all over the place ਵੀ ਚੱਲ ਕੀ ਰਿਹਾ you know what to consume and what not to consume but we're all in a loop I yeah mean ਆਪਾਂ ਇਹ ਨਹੀਂ ਕਹਿ ਸਕਦੇ ਕਿ ਨਵੀਂ ਜਨਰੇਸ਼ਨ ਹੀ ਇਕੱਲੀ ਆ ਕਿ ਸਾਡੀ ਜਨਰੇਸ਼ਨ ਵੀ ਕਿਤੇ ਨਾ ਕਿਤੇ ਆਪਾਂ ਹੈਗੇ ਆ ਲੂਪ ਵਿੱਚ ਫਸੇ ਹੋਏ ਚਾਹੇ ਅਸੀਂ ਆਪਣੇ ਆਪ ਨੂੰ ਕਹਿ ਦਈਏ ਵੀ ਨਹੀਂ ਆਪਾਂ ਸਿਆਣੇ ਹੋ ਗਏ ਆ actually ਬਟ ਨਹੀਂ ਆਪਾਂ ਵੀ ਲੂਪ ਵਿੱਚ ਹੀ ਆ so I myself find it in that situation ਵੀ ਮੈਂ ਕੱਲ ਕਾਫੀ ਪੀਣ ਗਈ ਆ ਤੇ ਮੈਂ ਮਤਲਬ ਬੜੇ ਆਰਾਮ ਨਾਲ ਸ਼ੁਰੂ ਕਰਨ ਲੱਗੀ ਸੀ ਫਿਰ ਮੈਂ ਸੋਚਿਆ ਨਹੀਂ ਫੋਟੋ ਖਿੱਚ ਹੀ ਲੈਣੇ ਆ ਪਾ ਹੀ ਦੇਵਾਂਗੇ ਕਿਸੇ ਦਿਨ you never know when it is going to help you for being a post on social media whereas it was a simple cup of coffee ਤੇ ਫਿਰ ਦਿਮਾਗ ਘੁੰਮਣ ਲੱਗ ਜਾਂਦਾ ਵੀ ਹੁਣ ਕੈਪਸ਼ਨ ਕੀ ਪਾਈਏ ਕੈਪਸ਼ਨ ਪੈ ਗਿਆ ਫਿਰ ਹੁਣ ਲਾਈਕ ਆਇਆ ਕਿ ਨਹੀਂ ਆਇਆ comment ਆਇਆ ਨਹੀਂ ਆਇਆ so it's a very very you know sad loop also sometimes ਹਾਂ ਇੱਕ ਵਿਸ਼ੇਸ਼ ਸਰਕਲ ਹੈ ਇਹ ਤੇ ਆਪਾਂ ਫਸ ਜਾਂਦੇ ਆ ਇਹਦੇ 'ਚ ਐਸੀ ਗੱਲ ਨਹੀਂ ਹੈ ਬਟ ਅਗੇਨ ਉਹੀ ਮੈਂ ਕਹਿ ਰਹੀ ਸੀ ਨਾ ਵੀ ਡਿਟੈਚਮੈਂਟ ਜਿੰਨੀ ਪ੍ਰੈਕਟਿਸ ਕਰ ਸਕਦੇ ਹੋ ਕਰੋ ਮੋਹ ਤਿਆਗਣਾ ਸ਼ੁਰੂ ਕਰੋ ਕੌਨਸ਼ੀਅਸਲੀ ਹੀ ਵੀ ਹਾਂ ਸੋ ਮੈਂ ਵੀ ਕਰਦੀ ਆਂ ਵੀ ਤੇ ਗੱਲ ਨਹੀਂ ਹੈ ਜੇ ਆਈ ਐਮ ਆਲਸੋ ਪੋਸਟਿੰਗ ਸਮਥਿੰਗ ਤਾਂ ਮੇਰਾ ਵੀ ਲੱਗਿਆ ਹੀ ਰਹਿੰਦਾ ਸਿਸਟਮ ਵੀ ਅੱਛਾ ਹੁਣ ਕਿਨੇ ਕੀ ਕਹਿਤਾ ਕਿਨੇ ਕੀ ਕਹਿਤਾ do you find sorry to interrupt you but do you find yourself stuck in the cycle ਕਿ ਹੁਣ ਬਹੁਤ ਦੇਰ ਹੋ ਗਈ ਕੋਈ ਪੋਇਮ ਨਹੀਂ ਪਾਈ ਤੇ ਹੁਣ ਪਾ ਦਾਂ ਫਟਾਫਟ ਜਾਂ ਕੋਈ ਪ੍ਰੈਸ਼ਰ ਹੁੰਦਾ ਏਦਾਂ ਪ੍ਰੈਸ਼ਰ ਨਹੀਂ ਐ ਸੱਚ ਹੁੰਦਾ ਮੇਰੇ ਆਪਣੇ ਅੰਦਰੋਂ ਹੀ ਆਉਣਾ ਸ਼ੁਰੂ ਹੋ ਜਾਂਦਾ ਇਟਸ ਨਾਟ ਬਿਕਾਜ਼ ਆਫ ਅ ਪ੍ਰੈਸ਼ਰ ਕਿ ਮੈਂ ਹੁਣ ਪਾਉਣੀ ਆ ਕਿਉਂਕਿ ਮੈਂ ਪਾਉਣੀ ਆ ਫॉर द sake of it no ਉਹ ਮੇਰੇ ਅੰਦਰੋਂ ਹੀ ਆਉਂਦਾ ਹੈ that I want to create and it's been long that I have not created something and ਮੈਨੂੰ ਲੱਗਦਾ ਕਿ ਹਰ ਕੋਈ ਕ੍ਰੀਏਟਿਵ ਮਾਈਂਡਸੈਟ ਵਾਲਾ ਨਾ ਉਹਦੇ ਚ ਟੇਕ ਨਹੀਂ ਗਈ ਕਿਸੇ ਵੀ ਕ੍ਰੀਏਟਿਵ ਮਾਈਂਡਸੈਟ ਵਿੱਚ ਕੋਈ ਵੀ ਬੰਦਾ ਜਿਹੜਾ ਕ੍ਰੀਏਟਿਵ ਹੋਊਗਾ ਨਾ ਉਹਦੇ ਚ ਟੇਕ ਜਾਂ ਟਿਕਾ ਨਹੀਂ ਆ ਸਕਦਾ ਜਦੋਂ ਟਿਕਾ ਆ ਗਿਆ ਫਿਰ ਤੇ ਉਹ ਸੰਤੁਸ਼ਟ ਹੋ ਗਿਆ ਤੇ ਫਿਰ ਕ੍ਰੀਏਟਿਵਿਟੀ ਖਤਮ ਬਿਲਕੁਲ ਰਾਈਟ ਮੈਨੂੰ ਕ੍ਰੀਏਟਿਵਿਟੀ ਕਰਕੇ ਹੁੰਦਾ ਵੀ I need to just I want to create something ਹਾਂ ਉਹ ਮੇਰੇ ਅੰਦਰੋਂ ਆਉਂਦੀ ਹੈ ਚੀਜ਼ ਪ੍ਰੋਫੈਸ਼ਨਲੀ ਇਫ ਯੂ ਆਸਕ ਮੀ ਸਾਈਕੋਲੋਜੀ ਵਾਸਤੇ ਜਿਹੜੀਆਂ ਵੀਡੀਓਜ਼ ਪਾਉਣੀਆਂ ਮੈਂ ਉਹਦਾ ਮੈਨੂੰ ਰਹਿੰਦਾ ਕਿਉਂਕਿ ਮੇਰਾ ਕੰਮ ਚੱਲਦਾ ਉਹਦੇ ਥਰੂ ਸੋ ਉਹ ਮੈਂ ਕਰਦੀ ਹਾਂ ਫॉर ਪ੍ਰੈਸ਼ਰ ਸੇਕ ਕਦੇ ਕਦਾਈ ਪਰ ਪੋਇਟਰੀ ਨਾਲ ਕਦੇ ਮੈਂ ਅੱਜ ਤੱਕ ਨਹੀਂ ਧੱਕਾ ਕੀਤਾ ਨਾ ਮੇਰੇ ਤੋਂ ਹੋਇਆ ਜਦੋਂ ਜਦੋਂ ਮੈਂ ਕੀਤਾ ਉਦੋਂ ਮੈਂ ਆਪਣੇ ਆਪ ਨੂੰ ਪਸੰਦ ਨਹੀਂ ਆਈ ਨਹੀਂ ਠੀਕ ਹੈ ਬਿਲਕੁਲ ਏਦਾਂ ਮਤਲਬ ਹੋਣਾ ਚਾਹੀਦਾ ਹੈ ਕਿ ਅਸੀਂ ਜੋ ਸੱਚੇ ਦਿਲੋਂ ਕਰ ਰਹੇ ਹਾਂ ਉਹੀ ਪ੍ਰੈਜ਼ੈਂਟ ਕਰੀਏ ਏਦਾਂ ਧੱਕਾ ਕਰਕੇ ਫਿਰ ਉਹ ਚੀਜ਼ ਅਗੇਨ ਲੌਂਗ ਰਨ ਨਹੀਂ ਚੱਲੇਗੀ ਕਿੰਨੀ ਦੇਰ ਤੱਕ ਹੀ ਧੱਕਾ ਕਰਦੇ ਰਵਾਂਗੇ ਕੰਟੇਜੀਅਸ ਹੈ ਬਹੁਤ ਕੰਟੇਜੀਅਸ ਹੈ ਮੈਂ ਤੁਹਾਨੂੰ ਇੱਕ ਕਿੱਸਾ ਸ਼ੇਅਰ ਕਰਦੀ ਹਾਂ ਹੁਣ ਤੋਂ 2 ਸਾਲ ਪਹਿਲਾਂ ਦੀ ਗੱਲ ਹੈ ਤੇ ਉਦੋਂ ਮੈਨੂੰ ਲੱਗ ਰਿਹਾ ਸੀ ਥੋੜਾ ਆਪਣੇ 'ਚ ਨਾ ਫਰਕ ਕਿ ਮੈਂ ਕਰ ਰਹੀ ਹਾਂ ਫॉर ਪੀਪਲ ਪਲੀਜ਼ਿੰਗ ਲੋਕਾਂ ਨੂੰ ਖੁਸ਼ ਕਰਨ ਲਈ ਆਮ ਡੂਇੰਗ ਦੈਟ ਤੇ ਮੈਂ ਐਵੇਂ ਹੀ ਆਪਣੇ ਕਿਸੇ ਦੋਸਤ ਨੂੰ ਫੋਨ ਲਾਇਆ ਤੇ ਉਹ ਦੋਸਤ ਮੇਰਾ ਪਟਿਆਲੇ ਰਹਿੰਦਾ ਹੈ ਠੀਕ ਹੈ ਆਪਾਂ ਬੜੇ ਚਿਰ ਤੋਂ ਗੱਲ ਨਹੀਂ ਸੀ ਕੀਤੀ ਰਾਈਟ ਐਵੇਂ ਮੈਂ ਫੋਨ ਲਾਇਆ ਸੀਗਾ ਤੇ ਉਹਨੇ ਮੈਨੂੰ ਉੱਥੇ ਬੈਠੇ ਨੇ ਕਿਹਾ
ਵੀ ਮੈਨੂੰ ਲੱਗ ਰਿਹਾ ਵੀ ਤੂੰ ਧੱਕਾ ਕਰ ਰਹੀ ਹੈ ਆਪਣੇ ਆਪ ਨਾਲ। damn. ਸੋ ਉਹਨੂੰ ਕਿੱਦਾਂ ਪਤਾ ਲੱਗਿਆ? ਇਟ ਵਾਜ਼ એનર્ਜੀ। Energy, ਚਾਹੇ ਉਹ exactly. ਸੋਸ਼ਲ ਮੀਡੀਆ ਤੋਂ ਹੀ ਉਹਨਾਂ ਨੇ ਭਾਂਪੀ ਮੇਰੀ એનર્ਜੀ, ਬਟ ਬਿਲਕੁਲ ਜਿਹੜੀ એનર્ਜੀ ਆ ਉਹ ਟਰੈਵਲ ਕਰਦੀ ਆ। ਸੋ ਤੁਸੀਂ ਜਿਹੜੀ ਵੀ ਨੀਤ ਨਾਲ ਕੰਮ ਕਰਦੇ ਹੋ, ਉਹ ਨੀਤ ਅੱਗੇ ਨੂੰ ਪਤਾ ਲੱਗਦੀ ਹੈ ਤਾਂ ਫਿਰ ਉਹਦਾ ਫਲ ਵੀ ਉਨਾ ਕੀ ਮਿਲਦਾ। ਬਿਲਕੁਲ ਮੈਂ ਹਿਸਾਬ ਜਿੰਨਾ ਕੁ ਲਾਇਆ ਹੁਣ ਤੱਕ ਦੀ ਸਮਝ ਨਾਲ, ਬਾਕੀ ਮੈਨੂੰ ਨਹੀਂ ਇੰਨਾ ਪਤਾ, ਨਹੀਂ ਨਹੀਂ ਪਰ ਠੀਕ ਇਹ ਕਹਿ ਹੈ। ਰਹੇ ਹੋ। ਹਾਂਜੀ। ਸੋ ਮੈਂ ਸੁਣਿਆ ਵੀ ਕਰਦੀ ਸੀ ਕਿ ਜਿਨ੍ਹਾਂ ਦੇ ਦਿਲ ਸਾਫ਼ ਹੁੰਦੇ ਨੇ, ਨੂਰ ਉਹਨਾਂ ਦੇ ਚਿਹਰਿਆਂ ਤੇ ਆਪ ਝਲਕਦਾ ਹੈ। ਤੇ ਤੁਹਾਡੇ ਚਿਹਰੇ ਤੇ ਨੂਰ ਵੀ ਹੈ, ਬੋਲਚਾਲ, ਉੱਠਣਾ ਬੈਠਣਾ, ਜਿੰਨਾ ਕੁ ਵੀ ਅਸੀਂ ਸੋਸ਼ਲ ਮੀਡੀਆ ਤੇ ਵੇਖਿਆ ਉਸ 'ਚ ਇੱਕ ਮਜਾਜ਼ ਹੈ, ਸੁਹੱਪਣ ਹੈ, ਅਣਖ ਹੈ, ਸਲੀਕਾ ਹੈ। ਇਹ ਕਿਵੇਂ ਲਿਆਇਆ ਜਾਵੇ? ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਟੂ ਹੈਵ ਦੋਜ਼ ਟ੍ਰੇਟਸ। ਕਹਿ ਲਓ ਉਦਾਂ ਵੱਡਾ ਨਹੀਂ ਹੁੰਦਾ, ਹਰ ਇੱਕ ਦੇ ਸਰਕਮਸਟੈਂਸਸ ਡਿਫਰੈਂਟ ਆ, ਬਟ ਇਫ ਸਮਬਡੀ ਵਾਂਟਸ ਟੂ ਗਰੂਮ ਔਰ ਮੇਬੀ ਪਰਸਨੈਲਿਟੀ ਵਾਈਜ਼ ਜਾਂ ਥਾਟਸ ਵਾਈਜ਼, ਤਾਂ what are the tips that you would like to give in a cute and an innocent manner, not in a manner to show off ਲੋਕਾਂ ਦੇ ਸਾਹਮਣੇ? ਜਸਟ ਮੇਕ ਸ਼ੋਰ ਤੁਸੀਂ ਕਿਸੇ ਨੂੰ ਦਿਖਾਓ ਨਾ ਕਿਸੇ ਦਾ ਦਿਲ। ਗ੍ਰੇਸ ਦਾ ਸਭ ਤੋਂ ਇੰਪੋਰਟੈਂਟ ਐਸਪੈਕਟ ਇਹ ਹੈ that you don't hurt anyone. ਰਾਈਟ। ਐਟ ਦ ਸੇਮ ਟਾਈਮ ਇਦਾਂ ਨਹੀਂ ਹੁੰਦਾ ਕਿ ਹਰੇਕ ਇਨਸਾਨ ਅੱਜ ਦੇ ਟਾਈਮ 'ਚ ਇੱਕ ਡਿਫਰੈਂਟ ਓਪੀਨੀਅਨ ਤੋਂ ਆ ਰਿਹਾ ਆ, ਡਿਫਰੈਂਟ ਮਾਈਂਡਸੈਟ ਤੋਂ ਆ ਰਿਹਾ ਆ, ਐਂਡ ਡਿਫਰੈਂਟ ਥਿੰਕਿੰਗ ਦੇ ਨਾਲ ਆ ਰਿਹਾ। ਆਈ ਟਾਕਡ ਅਬਾਊਟ ਦਿਸ ਇਨ ਮਾਈ ਪ੍ਰੀਵੀਅਸ ਐਪੀਸੋਡ ਕਿ ਜੋ ਸਾਡੇ ਨਜ਼ਰੀਏ ਤੇ ਸਾਡੇ ਪਰਸਪੈਕਟਿਵ ਨਾਲ ਸਹੀ ਆ ਉਹ ਸਾਡੇ ਲਈ ਚੰਗਾ ਆ, ਤੇ ਜੋ ਸਾਡੇ ਦਾਇਰੇ ਤੋਂ ਜਾਂ ਸਾਡੀ ਸਮਝ ਤੋਂ ਬਾਹਰ ਆ ਉਹਨੂੰ ਅਸੀਂ ਮਾੜਾ ਕਰਾਰ ਦਿੰਦੇ ਆ। ਹਾਊ ਟੂ ਬੀ ਮੋਰ ਓਪਨ ਟੂ ਨਿਊ ਥਾਟਸ ਐਂਡ ਆਈਡੀਆਜ਼ ਐਂਡ ਪਰਸਪੈਕਟਿਵਸ ਇਨ ਲਾਈਫ। ਹਾਂਜੀ, ਮੈਂ ਉਹੀ ਕਹਿ ਰਹੀ ਸੀਗੀ ਵੀ ਅੰਦਰਲੀ ਸਫਾਈ ਬਹੁਤ ਜ਼ਰੂਰੀ ਹੈ ਕਰਨੀ। ਵੀ ਜਿੱਦਾਂ ਆਪਾਂ ਹਰ ਦਿਨ ਆਪਣੇ ਘਰੇ ਝਾੜੂ ਕੱਢਦੇ ਹਾਂ, ਤੇ ਅਸੀਂ ਇਸੇ ਗੱਲ ਕਰਕੇ ਵੀ ਘਰ ਨਾ ਮੁਸ਼ਕੀ ਨਾ ਹੋ ਜਾਵੇ, ਹਨਾ। ਤੇ ਆਏ ਨਹੀਂਗਾ ਵੀ ਸਾਨੂੰ ਆਪਣੇ ਘਰ ਨਾਲ ਮੋਹ ਨਹੀਂ, ਇਸ ਕਰਕੇ ਆਪਾਂ ਇਹ ਕਰਦੇ ਹਾਂ। ਸਾਨੂੰ ਬਹੁਤ ਮੋਹ ਆ, ਸਗੋਂ ਆਪਾਂ ਤਾਂ ਕਰਦੇ ਹਾਂ। ਬਿਲਕੁਲ। ਤੇ ਉਵੇਂ ਅੰਦਰਲੀ ਸਫਾਈ ਕਰੋ। ਆਪਾਂ ਰੋਜ਼ ਬਾਹਰ ਆਉਂਦੇ ਹਾਂ, ਮਤਲਬ ਬਾਹਰ ਜਾਂਦੇ ਹਾਂ, ਅੱਡ ਅੱਡ ਭਾਂਤ ਭਾਂਤ ਦੇ ਲੋਕਾਂ ਨੂੰ ਮਿਲਦੇ ਹਾਂ, ਭਾਂਤ ਭਾਂਤ ਦੇ ਖਿਆਲ ਆਪਣੇ ਨਾਲ ਲੈ ਕੇ ਆਉਣੇ ਆ। ਤੇ ਤੁਸੀਂ ਵੇਖੋ ਵੀ ਆਪਾਂ ਸਭ ਤੋਂ ਪਹਿਲਾਂ ਤੇ ਆ ਕੇ ਨਾ ਜਸਟ ਟੇਕ ਅ ਲੌਂਗ ਸ਼ਾਵਰ। ਜੋ ਵੀ ਬਾਹਰੋਂ એનર્ਜੀ ਕੰਜ਼ਿਊਮ ਕਰਕੇ ਆਏ ਹੋ, ਲੈਟ ਇਟ ਡਰੇਨ, ਹਨਾ। ਤੇ ਫਿਰ ਘੰਟਾ, ਜਸਟ 1 hour ਵਿਦ ਯੂ, ਦੈਟਸ ਵੈਰੀ ਇੰਪੋਰਟੈਂਟ। 1 ਘੰਟਾ ਨੋ ਡਿਸਟਰੈਕਸ਼ਨ ਇਜ਼ ਵਾਟ ਆਈ ਪ੍ਰੈਕਟਿਸ, ਹਨਾ। ਸੋ ਦੈਟ ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਆਪਣੇ ਅੰਦਰਲੀ ਜਿਹੜਾ ਅੰਦਰਲਾ ਇੱਕ, ਹਰੇਕ ਦੇ ਅੰਦਰ ਰੱਬ ਹੈ, ਐਸੀ ਕੋਈ ਗੱਲ ਨਹੀਂ ਹੈ। ਤਾਂ ਤੁਸੀਂ ਆਪਣੇ ਅੰਦਰਲੇ ਰੱਬ ਨਾਲ ਕਨੈਕਟ ਜਦੋਂ ਕਰਦੇ ਹੋ ਤੇ ਉਹ ਰੱਬ ਤੁਹਾਨੂੰ ਗਾਈਡ ਕਰਦਾ ਹੈ, ਹਨਾ। ਫਿਰ ਤੁਹਾਡਾ ਕੰਮ ਬਸ ਇੰਨਾ ਹੈ ਵੀ ਤੁਸੀਂ ਉਹਦੀ ਗਾਈਡੈਂਸ ਨੂੰ ਸੁਣ ਕੇ, ਸਿਰਫ ਸੁਣੋ ਨਾ, ਅਮਲ ਕਰੋ। ਤੇ ਜਦੋਂ ਤੁਸੀਂ ਉਹਦੀ ਕਈ ਗੱਲ ਤੇ ਅਮਲ ਕਰਦੇ ਹੋ ਤਾਂ ਤੁਸੀਂ ਓਬਵੀਅਸਲੀ ਸਲੀਕੇ ਵਾਲੇ, ਤਹਿਜ਼ੀਬ ਵਾਲੇ, ਮਤ ਵਾਲੇ ਹੋ ਜਾਂਦੇ, ਕਿਉਂਕਿ ਤੁਹਾਡਾ ਬਾਬਾ, ਤੁਹਾਡੇ ਅੰਦਰਲਾ ਰੱਬ ਤੁਹਾਨੂੰ ਕਿਸੇ ਨਾਲ ਬਦਤਮੀਜ਼ੀ ਕਰਨੀ ਨਹੀਂ ਕਹੂਗਾ, ਜਾਂ ਕਿਸੇ ਨੂੰ ਹਰਟ ਕਰਨਾ ਨਹੀਂ ਕਹੂਗਾ, ਜਾਂ ਕੋਈ ਚਾਲ ਚੱਲਣ ਨੂੰ ਨਹੀਂ ਕਹੂਗਾ, ਕੋਈ ਸ਼ੋ ਆਫ ਕਰਨ ਨੂੰ, ਕੋਈ ਪੈਂਤਰਾ ਜੁਗਤ ਵਿਉਂਤ ਤੋਂ ਲੜਾਉਣ ਨੂੰ ਨਹੀਂ ਕਹੂਗਾ। ਫਿਰ ਤੁਸੀਂ ਆਪੇ ਹੀ ਗ੍ਰੇਸਫੁਲ ਹੋ। ਸੋ ਸਲੀਕਾ ਤੇ ਆਈ ਬਿਲੀਵ ਹਾਂ ਏਦਾਂ ਹੀ ਆਉਂਦਾ ਕਿ ਇੱਕ ਸੋਰਸ ਤੋਂ ਗਾਈਡੈਂਸ ਲਓ, ਵਿਚ ਇਜ਼ ਇੰਪੋਰਟੈਂਟ। ਜੇ ਤੁਹਾਨੂੰ ਲੱਗਦਾ ਵੀ ਇਕਾਂਤ ਵਿੱਚ ਬਹਿਣਾ ਤੁਹਾਡੇ ਲਈ ਨਹੀਂ ਹੈਲਪ ਕਰ ਰਿਹਾ, ਨਾਮ ਜਪੋ, ਗੋ ਟੂ ਗੁਰੂ ਘਰ, ਜਾਂ ਬਾਣੀ ਪੜ੍ਹੋ, ਬਾਣੀ ਸੁਣ ਹੀ ਲਓ ਘੱਟੋ ਘੱਟ, ਕਿਉਂਕਿ એનર્ਜੀ ਔਰਾ ਹੀ ਇਹੋ ਜਿਹਾ ਕ੍ਰੀਏਟ ਹੋ ਜਾਊਗਾ ਨਾ ਤੁਹਾਡੇ ਆਲੇ ਦੁਆਲੇ। ਸੋ ਇਟ ਵਿਲ ਹੈਲਪ ਯੂ। ਹੁੰਦਾ there are times when we want to hurt someone, ਆਪਾਂ ਹਿਊਮਨਸ ਆ, ਜਦੋਂ ਕਿਸੇ ਨੇ ਸਾਨੂੰ ਪੁੱਠਾ ਬੋਲਿਆ ਜਾਂ ਸਾਡੇ ਨਾਲ ਪੁੱਠਾ ਕੀਤਾ, ਸਾਡਾ ਵੀ ਇਨਸਟੈਂਟ ਆਹੀ ਅੰਦਰੋਂ ਆਉਂਦਾ that I also want to do it with him or her। ਜੇ ਆਪਾਂ ਇਹ ਨਹੀਂ ਕਹਿੰਦੇ ਵੀ ਮੈਂ ਕਰਨਾ ਚਾਹੁੰਦੀ, ਆਪਾਂ ਕਹਿੰਦੇ ਵੀ ਇੰਨਾ ਹੋਵੇ, ਹਨਾ, ਇੰਨਾ ਕਦੀ ਤੇ ਐਵੇਂ ਹੋਵੇ, ਇਹਨੂੰ ਅਹਿਸਾਸ ਹੋ ਜਾਵੇ ਵੀ ਇਹਨੇ ਮੇਰੇ ਨਾਲ ਏਦਾਂ ਕੀਤਾ ਸੀ। ਆਪਾਂ ਹੋ ਜਾਂਦੇ ਆ ਗੰਦਲੇ, ਇਹੋ ਜਿਹੀ ਗੱਲ ਨਹੀਂ ਹੈ, ਪਰ ਮਾੜਾ ਵੀ ਨਹੀਂ ਹੈ ਗੰਦਲੇ ਹੋਣਾ। ਇਟਸ ਓਕੇ, ਇਟਸ ਵੈਰੀ ਨਾਰਮਲ। ਮਾੜਾ ਇਹ ਹੈ ਵੀ ਜਦੋਂ ਤੁਸੀਂ ਸਫਾਈ ਨਹੀਂ ਕਰਦੇ ਤੇ ਉਹ ਗੰਦ ਇਕੱਠਾ ਕਰਦੇ ਰਹਿੰਦੇ ਹੋ। ਬਿਲਕੁਲ। ਹਾਂ, ਸੋ ਮੇਕ ਸ਼ੋਰ ਦੈਟ ਯੂ ਕਲੀਨ। ਰਾਈਟ। ਹਾਂਜੀ, ਪੁਆਇੰਟ ਨੋਟਡ ਹੈ ਇਹ ਹੁਣ। ਯਾ। ਸੋ do you like food? Out of the context question. Oh yes, I love What's food. your favorite dish? I ਇੰਨੀ am heavy conversation ਤੋਂ ਬਾਅਦ ਹੁਣ ਮੈਂ ਬਿਲਕੁਲ ਹੀ ਅਲੱਗ question ਲਿਆਂਦਾ। I'm very glad that you're talking about food at 8:30 in the evening. Oh my god, it's dinner time. Yeah. So ਮੇਰਾ go to ਤੇ fries ਨੇ। Okay. Yeah, peri fries. Which place? Any place. Any place, ਏਦਾਂ ਦੀ ਕੋਈ ਗੱਲ ਨਹੀਂ ਹੈ। I've had such bad peri fries. Now I've found one place to have peri fries and the dip is to die for. I'm happy that you did find that. Yeah, actually, you can also go. Like I'm not promoting or something, but just ਏਦਾਂ ਹੀ Nick Baker's ਦੇ fries ਬਹੁਤ ਪਸੰਦ ਨੇ ਮੈਨੂੰ, peri with the dip they give.
Yeah, that's Amazing. true. I like fries. I like golgappe. Mithe which I'm a gulab jamun, cham cham, Oh, ho, ho. cheesecake fan. So you are a sweet girl. You Otherwise can say also and so. otherwise also. One can say so. Yeah, right. Yeah. So What do ਹੁਣ you like? I am a salty and spicy person. ਚੀਜ਼ ਕੇਕ ਉਹਦਾ Yeah. ਪਸੰਦ ਆ ਅਗੇਨ ਨਿਕ ਬੇਕਰਸ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਕਿ ਜਦੋਂ ਮੈਨੂੰ ਕੁਝ ਵੀ ਨਹੀਂ ਮਿਲਦਾ ਹੈਗਾ ਆਈ ਗੋ ਬੈਕ ਟੂ ਨਿਕ Hmm. ਬੇਕਰਸ ਫਰਾਈਜ਼ ਆ Yeah, ਉਹਨਾਂ ਦਾ that's ਤੇ a ਇੱਕ ਚੀਜ਼ second ਕੇਕ ਆ home. I can Yeah. say like other हाँ. than my work my home would be Nick Bakers ਅਗਰ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਤਾਂ ਚੁੱਪ ਕਰਕੇ ਉੱਥੇ ਚਲੇ ਜਾਓ and I'd be sorted. Nick better starts giving you discounts ਡਿਸਕਾਊਂਟ now after ਯੂ نو listening to ਵਟ this. ਐਕਚੁਅਲੀ ਮੈਨੂੰ ਉਹਨਾਂ ਦਾ ਫੂਡ ਇੰਨਾ ਪਸੰਦ ਆ ਵੀ ਮੈਂ ਸੋਚਿਆ ਕਿ ਇਹਨਾਂ ਦੀ ਰੈਸਿਪੀਜ਼ ਸਮਹਾਉ ਆਈ ਸ਼ੁਡ ਲਰਨ ਟੂ ਕੁਕ ਦੈਟ ਵੇ ਐਂਡ ਲਾਈਕ ਕੁਝ ਤਾਂ ਸਿੱਖੀਏ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਪਾਰਟ ਟਾਈਮ ਕੰਮ ਹੈਗਾ ਦੇ ਡੋਨਟ ਗਿਵ ਪਾਰਟ ਟਾਈਮ ਉਹ ਕਹਿੰਦੇ ਫੁੱਲ ਟਾਈਮ ਕਰੋ ਫੁੱਲ ਟਾਈਮ ਤਾਂ ਕਰ ਨਹੀਂ ਸਕਦੇ ਬਿਕੋਜ਼ You're ਹੋਰ very ਕੰਮ ਬਹੁਤ clever. ਆ आप ਤੁਸੀਂ ਉਹ ਕਿਚਨ ਚ ਜਾ ਕੇ ਥੋੜੀ ਚੋਰੀ ਚੋਰੀ ਕਰਕੇ ਖਾਣਾ ਸੀ ਨਾ ਨਹੀਂ ਇਸ ਕਰਕੇ ਖਾਣਾ you ਵੀ were ਨਹੀਂ ਸੀ looking for a job. ਸਿੱਖਣਾ ਸੀ ਲੈਟਸ ਅੱਛਾ. ਲੁੱਕ ਐਟ ਦੈਟ ਸਾਈਡ Got you. ਯਾ ਸੋ Yeah. ਵਟ ਆਰ ਦ ਗੋਲਸ ਅਹੈਡ what do you think ਵੀ ਤੁਸੀਂ ਆਉਣ ਵਾਲੇ ਟਾਈਮ 'ਚ ਕਿੱਥੇ ਦੇਖਦੇ ਹੋ ਆਪਣੇ ਆਪ ਨੂੰ after so much of Um, struggle ਜਿੰਨੀ ਸਾਨੂੰ ਪਤਾ ਆ social media ਦੇ through and so much of ups and downs in your life I think you have it seems that you have reached a position where you are satisfied or try to bring yourself to that equator hmm, line kind of thing in your hmm, life to that balance ਚਾਹੇ up ਹੈ ਚਾਹੇ down ਹੈ hmm. now what next It's very kind of you to say ਕਿ ਮੈਂ ਕਿਸੇ ਪੋਜੀਸ਼ਨ ਤੇ ਤੁਹਾਨੂੰ ਪਹੁੰਚੀ ਲੱਗਦੀ ਹਾਂ. Thank you so ਅਰੇ much. it is because definitely ਜ਼ਰੂਰੀ ਨਹੀਂ ਹੁੰਦਾ ਵੀ ਸਾਨੂੰ ਅਵਾਰਡਸ ਜਾਂ ਸੋਸ਼ਲ ਮੀਡੀਆ ਦੇ ਥਰੂ ਹੁੰਦਾ ਇੱਕ ਬੰਦੇ ਦੀ ਪਰਸਨੈਲਿਟੀ ਹੁੰਦੀ ਹੈ ਤੇ ਉਹ ਤੋਂ ਯੂ ਸੈਡ ਨਾ એનર્ਜੀ ਇਜ਼ ਕੰਟੇਜੀਅਸ that is Hmm. the energy that I got from you and that's why I texted you Thank you so much. Yeah, yeah thank you so absolutely much. God bless you. thank you ਪਹੁੰਚਣਾ ਮੈਂ ਕਿਤੇ ਨਹੀਂ ਬਸ ਮੈਂ ਬਹੁਤ ਸਾਰੇ ਲੋਕਾਂ ਦੀ ਦਿਲਾਂ 'ਚ ਬਹੁਤ ਸੋਹਣੀ ਥਾਂ ਬਣਾ ਕੇ ਬਸ ਅਖੀਰੀ ਐਵੇਂ ਹੋਵੇ ਕਿ ਹਰ ਕੋਈ ਜਦੋਂ ਨਾਮ ਲਵੇ ਵੀ ਕਰਮਨ ਤੇ ਕਹਿਣ ਵੀ ਹਾਂ ਵੀ ਇਹ ਕੁੜੀ ਚੰਗੀ ਸੀ ਤੇ hmm. ਕੁੜੀ ਵਧੀਆ ਸੀ ਤੇ ਸਾਡੇ ਲਈ ਉਹਨੇ ਇਹ ਕਰਿਆ ਸਾਡੇ ਲਈ ਉਹਨੇ ਉਹ ਕਰਿਆ ਦੈਟਸ ਅਬਾਊਟ ਇਟ ਬਾਕੀ ਤੇ ਜਿੱਥੇ ਜਾਵਾਂਗੇ ਬਟ ਦਿਸ ਇਜ਼ ਤੁਸੀਂ ਗੋਲ ਪੁੱਛਿਆ ਸੀ ਨਾ ਦਿਸ ਇਜ਼ Hmm. ਦੀ ਅਲਟੀਮੇਟ ਗੋਲ ਮੈਂ ਆਹੀ ਗੋਲ ਦਿਮਾਗ 'ਚ ਰੱਖ ਕੇ ਸ਼ੁਰੂ ਹੋਈ ਸੀਗੀ ਤੇ ਆਹੀ ਗੋਲ ਹਾਲੇ ਵੀ ਦਿਮਾਗ 'ਚ ਹੀ ਹੈ ਇਨਸ਼ਾਅੱਲਾ ਆਹੀ ਰਵੇ ਕੋਈ ਹੋਰ ਨਾ ਆਵੇ yeah right ਹਮ towards the end one ਹਾਂਜੀ challenge or one dip in your life that made you the karman you are today or that made you the person you are today ਜਿੰਨੀ ਵੀ ਗੱਲਾਂ ਆਪਾਂ ਇਸ conversation 'ਚ ਕੀਤੀਆਂ I'm sure you were not like that always ਤੁਸੀਂ ਵੀ ਇਹ ਯਾ ਸਿੱਖਿਆ ਹੋਣਾ ਹੈ ਕਿਤੋਂ ਕਿਵੇਂ ਕਿਸੇ circumstances ਤੋਂ ਹਮ ਇੱਥੇ ਤੱਕ ਇੱਥੇ ਤੱਕ in the sense ਇਸ position ਤੇ ਇਸ level ਤੇ ਆਪਣੀ life 'ਚ ਤੁਸੀਂ ਕਿਵੇਂ ਪਹੁੰਚੇ what was that one dip ਜੇ ਕਿਸੇ ਨੂੰ ਦੱਸੀ ਜਾਵੇ ਤਾਂ ਅਗਲਾ ਸੋਚੇ ਕਿ oh my god ਇਹ ਇਹਨਾਂ ਨੇ ਇਹ ਹਮ ਫੇਸ ਕੀਤਾ ਆ ਅਸੀਂ ਤਾਂ ਸੋਚਦੇ ਸੀ ਬਹੁਤ ਵਧੀਆ ਆ that one thing in your life My turning point was my dad's death. Yeah. ਉੱਤੇ ਪਹਿਲਾਂ we were a good family, happy family, still are a very happy family. But yeah for me, ਉਹ turning point ਵੀ ਜ਼ਰੂਰੀ ਸੀਗਾ ਇੱਕ ਹਿਸਾਬ ਦਾ because hmm. ਉਹਨੇ ਮਤਲਬ ਉਸ ਤੋਂ ਬਾਅਦ ਹੀ ਜਿੰਨਾ ਕੁ ਵੀ ਹੋਇਆ ਜੋ ਹੋਇਆ ਉਸ ਤੋਂ ਬਾਅਦ ਜੋ ਸਿੱਖਿਆ ਉਹਨੇ ਹੀ ਹੈਲਪ ਕਰਿਆ ਮੈਨੂੰ ਜੋ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਦੇ ਯੋਗੀ ਵੀ ਹੋਈ ਹਾਂ Hmm. ਉਹ ਸੀ ਜੋ ਵੀ ਉਤਾਰ ਚੜਾਅ ਜਿੰਨੇ ਵੀ ਸੀਗੇ ਤੇ ਹੁਣ ਉਦੋਂ ਲੱਗਦਾ ਸੀਗਾ ਵੀ ਖਬਰੇ ਬਹੁਤ ਨਾਇਨਸਾਫੀ ਹੋ ਰਹੀ ਹੈ ਸਾਡੇ ਨਾਲ ਇੰਨਾ ਨਹੀਂ right ਹੋਣਾ ਚਾਹੀਦਾ ਬਟ ਨਾਓ ਵੈਨ ਆਈ ਸਿਟ ਐਂਡ ਲੁੱਕ ਬੈਕ ਤਾਂ ਗੋਡ ਹੈਜ਼ ਬੀਨ ਵੈਰੀ ਕਾਈਂਡ ਬਹੁਤ ਕੁਝ ਹੋ ਸਕਦਾ ਸੀ ਹਾਲੇ hmm. ਜੋ ਨਹੀਂ ਹੋਇਆ ਰਾਈਟ yeah ਸੋ ਉਹ ਇਸੇ ਕਰਕੇ ਸੀ ਕਿ ਗੋਡ ਵਾਜ਼ ਵਿਦ ਅਸ ਤੇ ਬਹੁਤ ਮਿਹਰ ਰੱਖੀ ਉਹਨੇ ਬਹੁਤ ਮਿਹਰ ਰੱਖੀ ਹੈ ਤੇ ਵੀ ਆਰ ਵੈਰੀ ਗ੍ਰੇਟਫੁਲ ਕਿ ਉਹ ਹਮੇਸ਼ਾ ਸਾਡੇ ਨਾਲ ਰਹੇ ਨੇ ਸੋ ਬਟ ਆਈ ਵੁੱਡ ਆਲਵੇਜ਼ ਸੇ ਕਿ ਆਪਣੇ ਆਪ ਨੂੰ ਨਾ ਨਾਲ ਦੀ ਨਾਲ ਹੰਬਲ ਕਰਨਾ ਸਿੱਖੋ hmm. ਵੀ ਇਫ ਯੂ ਗੈਟ ਵਨ ਡੇ ਆਫ ਹੈਪੀਨੈਸ Hmm. ਤਾਂ ਉਹਦੇ ਨਾਲ ਇੰਨਾ ਉਹ ਨਾ ਹੋ ਜੋ ਕਿ ਬਸ ਆਹੀ ਜ਼ਿੰਦਗੀ ਹੈ ਨਾਟ ਰੀਅਲੀ ਸੋ ਆਪਣੇ ਆਪ ਨੂੰ ਨਾਲ ਦੀ ਨਾਲ ਹੰਬਲ ਕਰਨਾ ਸਿੱਖੋ ਨਹੀਂ ਤਾਂ ਯੂ ਵਿਲ ਬੀ ਹੰਬਲ ਡਾਊਨ ਬਾਈ ਕੁਦਰਤ ਐਸੀ ਗੱਲ ਨਹੀਂ ਹੈ ਜੇ ਤੁਸੀਂ ਨਹੀਂ ਕਰ ਰਹੇ ਹੋ ਤਾਂ ਗੋਡ ਮੈਨੂੰ ਇਜ਼ ਦੇਅਰ ਟੂ ਡੂ ਤੁਹਾਡੀ ਦੈਟ ਟੂ ਇਸ ਯੂ ਗੱਲ ਤੇ ਸੁਣ ਕੇ ਨਾ ਹਾਸਾ ਵੀ ਆ ਰਿਹਾ ਕਿਉਂ ਮੈਂ ਤੁਹਾਨੂੰ ਦੱਸਾਂ ਹਮ ਮੇਰੇ ਨਾਲ ਜਿਹੜਾ ਸਰਕਲ ਆ ਸਾਡੇ ਨਾਲ ਏਦਾਂ ਹੁੰਦਾ ਵੀ ਸਪੋਜ਼ ਕੁਝ ਬਹੁਤ ਵਧੀਆ ਹੋਇਆ ਹਾਂਜੀ ਮਤਲਬ ਐਕਸਪੈਰੀਮੈਂਟ ਦਾ ਰਿਜ਼ਲਟ ਬਹੁਤ ਵਧੀਆ ਆ ਗਿਆ ਦ ਵਰਕ ਦੈਟ ਆਈ ਹਮ ਡੂ ਤੇ ਹਮ ਅਸੀਂ ਬਹੁਤ ਖੁਸ਼ ਹੋ ਜਾਈਦਾ ਕਿ ਵਾਓ ਅੱਜ ਤਾਂ ਅਸੀਂ ਬਣ ਗਏ ਹਮ ਸਾਇੰਟਿਸਟ ਅਗਲੇ ਹੀ ਹਾਂਜੀ ਮੂਮੈਂਟ ਦ ਵੈਰੀ ਨੈਕਸਟ ਮੂਮੈਂਟ ਵਿਦ ਦ ਨੈਕਸਟ 2 ਆਵਰਸ ਵੀ ਜ਼ਿਆਦਾ ਹਮ 1 ਆਵਰ ਕੁਛ ਇਹੋ ਜਿਹਾ ਹਮ ਹੁੰਦਾ ਵੀ ਰੋਣੇ ਨਿਕਲ ਜਾਂਦੇ ਵੀ ਓ ਮਾਈ ਹਾਂ ਗॉड ਹੁਣ ਕੀ ਕਰੀਏ ਸੋ ਇਸ ਤੋਂ ਪਹਿਲਾਂ ਕਿ ਅਸੀਂ ਖੁਦ ਆਪਣੇ ਆਪ ਨੂੰ ਹੰਬਲ ਕਰੀਏ ਨੇਚਰ ਪੁੱਟਸ ਅਸ ਡਾਊਨ ਔਰ ਮੇ But this ਬੀ is a good thing. Now I'll tell you how, right?
if you're God's favorite and if you're universe's or nature's favorite, ਉਹ ਤੁਹਾਨੂੰ ਨਾਲ ਦੀ ਨਾਲ ਆਪ ਹੰਬਲ ਕਰੂਗੀ ਨਾਲ ਦੀ ਨਾਲ, ਕਿਉਂਕਿ ਉਹ ਨਹੀਂ ਚਾਹੁੰਦੀ ਕਿ ਤੁਸੀਂ ਸਿਖਰ ਤੇ ਜਾ ਕੇ ਡਿੱਗੋ। ਠੀਕ ਹੈ। that ਇਫ ਯੂ ਆਰ that ਨਾਟ ਗॉड्स ਫੇਵਰੇਟ, ਜੋ ਕਿ ਨੀਅਤ ਤੋਂ ਠੀਕ ਨਹੀਂ ਗਾ, ਜੋ ਕੰਮ ਲੋਕਾਂ ਨੂੰ ਠੱਗ ਕੇ ਜਾਂ ਧੋਖੇ ਨਾਲ ਕਰ ਰਿਹਾ ਹੈ, ਤਾਂ ਉਹਨੂੰ ਰੱਬ ਪਹਿਲਾਂ ਬਹੁਤ ਉੱਪਰ ਚੜ੍ਹਦਾ, ਫਿਰ ਯਕਦਮ ਥੱਲੇ ਸਿੱਟਦਾ। ਉਹ ਕਸੂਤੀ ਸੱਟ ਹੈ। ਪਰ ਇਹ ਜਿਹੜੀਆਂ ਛੋਟੀਆਂ ਛੋਟੀਆਂ ਸੱਟਾਂ ਤੁਹਾਨੂੰ ਨਾਲ ਦੀ ਨਾਲ ਰੱਬ ਦੇ ਰਹੇ ਹੈ ਨਾ, ਦੈਟਸ ਬਿਕੋਜ਼ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਤੇ ਉਹ ਚਾਹੁੰਦਾ ਵੀ ਤੁਸੀਂ ਸੋਹਣੀ ਜ਼ਿੰਦਗੀ ਜੀਓ, ਤੁਹਾਨੂੰ ਕਦੇ ਇੰਨੀ ਵੱਡੀ ਸੱਟ, ਗੁੱਝੀ ਸੱਟ ਨਾ ਖਾਣੀ ਪਵੇ ਜਿਸ ਤੋਂ ਤੁਸੀਂ ਉੱਭਰ ਹੀ ਨਾ ਸਕੋ। ਸੋ ਦੈਟ ਇਜ਼ ਗੋਡ ਫॉर ਯੂ, ਹੈ ਨਾ। yeah ਐਂਡ ਯਾ ਜਸਟ ਕੀਪ ਯੋਰਸੈਲਫ ਹੰਬਲ ਨਾਲ ਦੀ ਨਾਲ। ਬਸ ਜੋ ਹੈ, ਮਤਲਬ ਫਰਜ਼ ਕਰੋ ਵੀ ਮੈਂ ਅੱਜ ਤੁਹਾਡੇ ਨਾਲ ਪੋਡਕਾਸਟ ਕਰਿਆ, ਹਨਾ, ਆਪਾਂ ਗੱਲਬਾਤ ਬਿਲਕੁਲ ਕੀਤੀ, ਇਹ ਬਹੁਤ ਸੋਹਣਾ ਹੋ ਗਿਆ, ਇਹ ਹੋ yeah ਗਿਆ, ਇਟਸ ਡਨ, ਇਟਸ ਡਸਟਡ, ਹਨਾ। ਆ ਬਾਹਰ ਹੈ, ਚਲੀ ਗਈ ਚੀਜ਼, ਹੁਣ ਇਹ ਮੇਰਾ ਨਹੀਂ ਹੈ, ਨਾ ਹੀ ਇਹਨੂੰ ਮੈਂ ਸਿਰ ਤੇ ਹੁਣ ਚੜਾ ਸਕਦੀ ਹਾਂ, ਬਿਲਕੁਲ ਹਨਾ। ਇਟਸ ਡਨ। ਸੋ ਜਿਹੜੀ ਚੀਜ਼ ਹੋ ਗਈ ਹੈ ਉਹਨੂੰ ਹੋ ਗਈ ਹੈ, ਖਤਮ ਕਰੋ, ਨਿਮਾਣੇ ਰਹਿ ਕੇ ਅੱਗੇ ਵਧੋ, ਬਸ। ਜਸਟ these two lessons, ਤੇ just stay as humble and ਜਿਹੜੀ strength ਆ, if you want to be strong, ਤਾਂ go to God, ਮੈਂ ਤੇ ਇਹੀ ਕਹੂੰਗੀ, go to God, right talk to him, ਬਸ। that was a very very good perspective। ਹੁਣ ਅਗਲੀ ਵਾਰ ਸਾਡਾ ਕੁਝ ਗਲਤ ਹੁੰਦਾ ਤੇ ਅਸੀਂ ਕੋਈ ਗੱਲ ਨਹੀਂ, ਰੱਬ ਦੇ ਬੰਦੇ ਆ, ਹੋ ਹੀ No, ਜਾਣ ਦੋ। actually this is You know, true. that's actually a very nice perspective on this anecdote that we have in our lives, and Yeah. I think a lot of people would relate to that। ਹਾਂ, ਸੋ ਇੱਕ ਪੁਆਇੰਟ ਆਫ ਟਾਈਮ ਤੇ ਆ ਕੇ ਨਾ, you don't enjoy achievements anymore. I may sound very old when I say this, No, that's which fine, I am not very old. no judgments। But ਇੱਕ time ਤੇ ਆ ਕੇ when you ਤੁਹਾਨੂੰ ਬਹੁਤ ਚੀਜ਼ਾਂ ਮਿਲਦੀਆਂ ਨੇ and you're like thank you God and that's it, finished। ਜਿੱਦਾਂ I remember ਪਿੱਛੇ ਜੇ ਕੁਝ ਹੋਇਆ ਸੀਗਾ, everybody around me was very excited about it। everybody, like they were doing a lot of stuff, people were like party ਦੇ ਦੋ, ये ਹੈ वो है, है ना। yeah and I was like it's okay, just it's okay। so yeah। it's very nice actually। I did not think it from that perspective, certainly yeah because you're more experienced, so I oh definitely yeah take ਮੈਂ it ਬਹੁਤ away। ਵਾਰੀ ਸਿਖਰ ਤੇ ਚੜ ਕੇ ਮਤਲਬ ਬਹੁਤ ਖੁਸ਼ ਹੋ ਕੇ ਬਹੁਤ ਉਹ ਹੋਈ ਆ। ਸੋ ਇਸੇ ਕਰਕੇ ਮੈਂ ਕਹਿ ਰਹੀ ਸੀ ਵੀ ਨਾਲ ਦੀ ਨਾਲ just dust it off। ਮੈਂ right ਖੁਸ਼ੀ ਵੀ ਨਾਲ ਨਾਲ, ਮਤਲਬ ਸੁੱਖ ਇੱਕ ਚੀਜ਼ ਹੈ, ਆਨੰਦ ਇੱਕ ਚੀਜ਼ ਹੈ, ਹਨਾ। ਸੁੱਖ ਜਿਹੜਾ ਹੈ ਉਹ ਡਸਟ ਆਫ ਕਰੋ, ਆਨੰਦ ਤੇ ਤੁਸੀਂ ਆਨੰਦ ਚ ਤਾਂ ਹਮੇਸ਼ਾ ਰਹਿਣੇ ਚਾਹੀਦੇ ਹੋ। ਆਨੰਦ ਅੰਦਰੋਂ ਬਿਲਕੁਲ ਆਉਂਦਾ ਹੈ, ਸੁੱਖ ਬਾਹਰੋਂ ਆਉਣਾ। ਤੇ ਸੁੱਖ ਤੁਹਾਨੂੰ ਮਟੀਰੀਅਲ ਨੇ ਦੇਣਾ ਹੈ, ਆਨੰਦ ਤੁਹਾਡੇ ਅੰਦਰ ਬੈਠੀ ਜਿਹੜੀ ਜੋਤ ਹੈ ਉਹਨੇ ਦੇਣਾ ਹੈ, ਹਨਾ। ਅੰਦਰ ਜਿਹੜੀ ਜੋਤ ਜਗਦੀ ਹੈ। right ਸੋ ਸੁੱਖ ਡਸਟ ਆਫ ਕਰੋ ਤੇ ਦੁੱਖ ਵੀ ਨਾਲ ਦੀ ਨਾਲ ਡਸਟ ਆਫ ਕਰੋ, ਡਸਟਿੰਗ ਕਰੋ ਆਪਣੀ, ਬਿਲਕੁਲ ਪਰ ਇਹ ਆਈ ਆਨੰਦ ਚ ਥਿੰਕ ਰਹੋ। ਆਪਣੀ ਪੂਰੀ ਕਨਵਰਸੇਸ਼ਨ ਦਾ ਇੱਕ ਸੈਂਟਰਲ ਆਈਡੀਆ ਰਿਹਾ ਹੈ, ਟੂ ਡਸਟ ਹਾਂਜੀ ਆਫ everything as it comes and to make ਯਾ your energy and your aura as clean as you can। ਯਾ yeah ਹਾਂਜੀ anything you would like to say towards the end of this? You know, you've been raised by really strong and great parents, I would say, at the end of this conversation, to ਹਮ to be on this day, ਮਤਲਬ ਤੁਸੀਂ ਇੱਥੇ ਤੱਕ ਅੱਜ ਆਏ ਹੋ, so definitely your mother and your father would have been your ਯਾ support system, my after brother your of father, course। oh so yes, brother definitely, they, and now after your father's passing away, your mother and brother would have been the strength। Anything you yeah would like to totally। convey to people regarding how the world should know your family and you as a team? be empathetic and do right not treat anybody, ਇੱਕ ਰਿਸ਼ਤਾ ਨਾ ਟਰੀਟ ਕਰੋ ਵੀ ਜਿੱਦਾਂ ਬੱਚੇ ਕਹਿੰਦੇ ਨੇ ਵੀ ਆ ਮੇਰੀ ਮਾਂ ਹੈ, ਹਨਾ। ਉਹ ਰਿਸ਼ਤਾ ਲੱਗ ਗਿਆ, ਲੇਬਲ ਲੱਗ ਗਿਆ ਕਿ ਮੇਰੀ ਮਮ ਹੈ। ਸੋ ਬਿਲਕੁਲ ਜਦੋਂ ਤੁਸੀਂ ਮਾਂ ਕਹਿੰਦੇ ਹੋ then you expect a lot out of your mother, ਹਨਾ। got it but of course she is a human first, ਤੇ ਉਹਨਾਂ ਨੂੰ as a human ਵੇਖੋ, ਪਹਿਲਾਂ ਇਨਸਾਨ ਵੇਖੋ, that she cannot give you everything, so stop expecting everything from her, ਹਨਾ। take accountability of the things that you've done wrong, ਤੇ empathetic ਰਹੋ for other humans, for your family, ਤੇ ਜਿੰਨਾ ਪਿਆਰ ਦੇ ਸਕਦੇ ਹੋ ਤੇ ਜਿੰਨਾ ਪਿਆਰ ਖੱਟ ਸਕਦੇ ਹੋ, ਬਸ ਜ਼ਿੰਦਗੀ ਦਾ right ਮੋਟੋ ਪਿਆਰ ਬਣਾ ਲਓ, ਕਿ ਵਕਤ ਦਾ ਵਾਕਈ ਨਹੀਂਗਾ ਪਤਾ। ਐਂਡ ਮੈਨੂੰ ਇਹ ਗੱਲ ਕਰਦਿਆਂ ਵੀ ਬਹੁਤ ਸ਼ਰਮ ਆ ਰਹੀ ਹੈ, when my dad passed away, ਉਸ ਤੋਂ ਹਫ਼ਤੇ ਕੁ ਪਹਿਲਾਂ ਮੈਂ ਲੜੀ ਸੀ ਉਹਨਾਂ ਨਾਲ, ਹਨਾ। okay I was a very little girl, ਐਵੇਂ ਕੋਈ ਨਿੱਕੀ ਮੋਟੀ ਗੱਲ yeah ਤੇ ਲੜਾਈ right ਹੋ ਗਈ, ਰਾਈਟ। ਤੇ ਉਹ ਮੈਨੂੰ, ਬੱਚੇ ਨੂੰ ਥੋੜੀ ਪਤਾ ਇਹਨਾਂ ਗੱਲਾਂ ਦੀ ਸੈਂਸਿਟੀਵਿਟੀ ਬਿਲਕੁਲ ਦਾ, ਵੀ ਕੱਲ ਨੂੰ ਕੁਝ ਵੀ ਵਾਪਰ ਸਕਦਾ ਤੇ ਆਪਾਂ ਜੁੜ ਕੇ ਰਹਿਣਾ। ਇਹ ਤੇ ਹੁਣ ਕਿਤੇ ਜਾ ਕੇ ਸਮਝ ਆਈ ਹੈ ਵੀ ਕੋਈ ਨਹੀਂ, ਬਟ ਉਦੋਂ ਸੋ ਉਹ ਹੁਣ ਹੁਣ ਹੁੰਦਾ ਹੀ ਹੈ ਵੀ ਯਾਰ ਹਫਤਾ ਇੱਕ ਸੀਗਾ ਹੋਰ, ਹਨਾ। ਸੋ ਬਿਲਕੁਲ ਉਹ ਮੈਂ ਇਹੀ ਕਹਿੰਦੀ ਹਾਂ ਵੀ ਕਾਸ਼ ਜਿਹੜਾ ਹੈ ਨਾ ਉਹ ਬੰਦੇ ਨੂੰ ਅੰਦਰੋਂ ਦੀ ਅੰਦਰ yeah ਮਾਰਦਾ ਹੈ। ਸੋ ਉਹ ਕਾਸ਼ ਦੀ ਤੁਸੀਂ ਨੌਬਤ ਹੀ ਨਾ ਲਿਆਓ, ਭਾਵੇਂ ਰਿਸ਼ਤਿਆਂ 'ਚ ਹੈ, ਭਾਵੇਂ ਤੁਸੀਂ ਜ਼ਿੰਦਗੀ 'ਚ ਕਿਤੇ ਪਹੁੰਚਣਾ ਚਾਹੁੰਦੇ ਹੋ, ਆਪਦੇ ਦਿਲ ਦੀ ਰੀਝ ਪੂਰੀ ਕਰਨਾ ਚਾਹੁੰਦੇ ਹੋ,
ਤੇ ਉਹ ਕਾਸ਼ ਨਾ ਰਹਿ ਜੇ, ਰੀਝ ਕੋਈ ਕਾਸ਼ ਨਾ ਰਵੇ, ਤਾਂ ਰਾਈਟ ਉਹਦੇ ਕਰਕੇ ਕੰਮ ਕਰੋ। ਤੇ ਬਸ ਦੈਟਸ ਅਬਾਊਟ, ਮੈਨੂੰ ਲੱਗਦਾ ਮੈਂ ਇੰਨਾ ਹੀ ਕਹੂੰਗੀ। ਥੈਂਕ ਯੂ ਗਿਵ ਲਵ ਗੈਟ ਲਵ, ਦੈਟਸ ਰਾਈਟ ਇਟ। ਲਵ ਐਂਡ ਪੀਸ ਆਊਟ ਟੂ ਆਲ ਲਵ ਐਂਡ ਪੀਸ ਆਊਟ ਟੂ ਯਾ ਐਵਰੀਬਡੀ। ਐਗਜ਼ੈਕਟਲੀ ਹਾਂਜੀ, ਥੈਂਕ ਯੂ ਆਈ ਮੀਨ ਬਾਕੀ ਥੈਂਕ ਮੈਨੂੰ ਯੂ ਫॉर ਬਹੁਤ योर ਚੰਗਾ टाइम ਲੱਗਾ ਤੁਹਾਡੇ ਨਾਲ ਗੱਲ ਕਰਕੇ। same here it was ਆਪਾਂ ਕਰਦੇ ਰਵਾਂਗੇ ਗੱਲਾਂ ਹੁਣ। ਬਿਲਕੁਲ it's been lovely few minutes. Thank you so much. Thank you. I mean, I would end the podcast with this now. Thank you to all the listeners out there who have spent their precious time over this podcast. And thank you to Karman Band for being the very first guest on this show. It was like very, very comfortable talking to you. And Thank you you so are much. really kind, really Thank you. generous, and a really loving soul, because your energy is actually contagious for us. And I'm sure that the listeners would definitely take on that energy ahead. And thank you for your time. I would end Thank this you. podcast. ਸੁਣਦੇ ਰਹੋ ਤੁਹਾਡੀਆਂ ਗੱਲਾਂ, ਤੁਹਾਡੀ ਜ਼ੁਬਾਨੀ ਸਾਡੇ ਜ਼ਰੀਏ ਦੁਨੀਆ ਤੱਕ ਇੱਕ ਤਰੀਕੇ ਤੇ ਸਲੀਕੇ ਦੇ ਨਾਲ ਪੇਸ਼ ਕਰਦੇ ਹੋਏ ਦ ਸਪੈਰੋ ਪੋਡਕਾਸਟ, ਸਾਈਨਿੰਗ ਆਫ ਫॉर द डे, योर होस्ट मनजोत कौर। थैंक यू। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਓਕੇ।